अस्सलाम वालेकुम। आप देख रहे हैं मुहाफ़िज़ पाकिस्तान टीवी और मेरा नाम है हसीबुर रहमान। आज आपकी खिदमत में हाज़िर हैं एक नए इंटरव्यू के साथ, और वो तमाम हमारे तारकीन वतन भाई जो यूनान में मुकीम है, जो पूछते भी हैं और जो यूनान से कनाडा और यूके का वीज़ा भी लगवाने के ख्वाहिशमंद हैं। तो उम्मीद है ये इंटरव्यू आपके लिए बहुत ज़्यादा फ़ायदेमंद साबित होगा। तो चले आए गुफ्तगू का आगाज़ करते हैं। सत श्री अकाल, अस्सलाम वालेकुम भाई चंचल सोढ़ी साहब, की हाल है? जी बहुत ਵਧੀਆ ਜੀ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਵਾਲੇਕੁਮ ਸਲਾਮ ਤੇ ਨਮਸਕਾਰ। ਅੱਛਾ ਭਾਈ ਚੰਚਲ ਸੋਢੀ ਸਾਹਿਬ, ਬਹੁਤ ਜ਼ਿਆਦਾ ਵੀਰ ਭਰਾ ਜਿਹੜੇ ਇੱਥੇ ਤਾਰਕਿਨ ਵਤਨ ਯੂਨਾਨ 'ਚ ਨੇ, ਪਹਿਲਾਂ ਵੀ ਅਸਾਂ ਤੁਹਾਡਾ ਇੰਟਰਵਿਊ ਕੀਤਾ, ਬਾਰ-ਬਾਰ ਫੇਰ ਪੁੱਛਦੇ ਨੇ ਕਿ ਤੁਸੀਂ ਕਿਹੜੀ ਸਰਵਿਸਿਜ਼ ਜਿਹੜੀਆਂ ਨੇ ਉਹ ਇੱਥੇ ਤੁਸੀਂ ਆਵਾਮ ਨੂੰ ਪ੍ਰੋਵਾਈਡ ਕਰ ਰਹੇ ਹੋ। ਯੂਜ਼ਲੀ ਆਪਾਂ ਨਾ 4-5 ਤਰ੍ਹਾਂ ਦੀਆਂ ਸਰਵਿਸਿਜ਼ ਸਾਰਿਆਂ ਨੂੰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਯੂਕੇ ਦਾ ਵੀਜ਼ਾ, ਕੈਨੇਡਾ ਦਾ ਵੀਜ਼ਾ, ਅਗਰ ਕਿਸੇ ਨੇ ਟਰਾਂਸਲੇਸ਼ਨ ਕਰਵਾਉਣੀ ਆ, ਕਿਸੇ ਨੂੰ ਕੋਈ ਲੌਜਿਸਟਿਕ ਇਸ਼ੂ ਆ, ਦਿਲੋਸੀ ਕਰਵਾਉਣੀ ਆ, ਸਤੀਖੀਆ ਅਪਡੇਟ ਕਰਵਾਉਣਾ ਆ, ਜਾਂ ਕੁਛ ਵੀ ਲੌਜਿਸਟਿਕ ਦੇ ਨਾਲ ਸੰਬੰਧਿਤ। ਹਾਂ, ਸੱਚ ਇੱਕ ਹੋਰ ਗੱਲ ਕਰਨੀ ਸੀਗੀ, ਜਿਹੜੇ ਮੇਰੇ ਭੈਣ ਭਰਾ ਵੋਲਟ ਜਾਂ ਈ ਫੂਡ ਦਾ ਕੰਮ ਕਰਦੇ ਆ ਨਾ, ਅਤੇ ਉਹਨਾਂ ਨੂੰ ਇੱਕ ਵਧੀਆ ਲੌਜਿਸਟਿਕ ਦੀ ਜ਼ਰੂਰਤ ਹੈਗੀ ਆ, ਜਿਹੜਾ ਉਹਨਾਂ ਦੀ ਪਖੀਰੀਸੀ ਨੂੰ ਦੇਖ ਸਕੇ ਵਧੀਆ ਢੰਗ ਦੇ ਨਾਲ, ਉਹ ਵੀ ਕਰਦੇ ਆ। ਉਹ ਤੋਂ ਬਾਅਦ 'ਚੋਂ ਪੇਪਰ ਰੀਨਿਊਲ ਦਾ, ਕਿਸੇ ਨੇ ਪੇਪਰ ਰੀਨਿਊ ਕਰਵਾਉਣੇ ਆ, ਲਿਪੀ ਚੜਾਉਣੀ ਆ, ਰਹਿੰਦੇਵੂ ਲੈਣੀ ਆ, ਫਿੰਗਰਾਂ ਦੀ ਡੇਟ ਲੈਣੀ ਆ, ਜਾਂ ਕਾਰਡ ਰਿਸੀਵ ਕਰਨ ਵਾਸਤੇ ਅਪੁਆਇੰਟਮੈਂਟ ਲੈਣੀ ਆ, ਇਹ ਆਪਾਂ ਤੁਹਾਡੇ ਲਈ ਘਰ ਬੈਠੇ ਹੀ ਕਰ ਦੇਵਾਂਗੇ, ਤੁਹਾਨੂੰ ਇੱਥੇ ਆਉਣ ਦੀ ਵੀ ਜ਼ਰੂਰਤ ਨਹੀਂ ਪਊਗੀ। ਵੈਰੀ ਗੁੱਡ। ਔਰ ਭਾਈ ਚੰਚਲ ਸੋਢੀ ਸਾਹਿਬ ਬਹੁਤ ਨਾਈਸ ਪਰਸਨ ਨੇ, ਪਹਿਲਾਂ ਵੀ ਅਸਾਂ ਇੰਟਰਵਿਊ ਇਹਨਾਂ ਦਾ ਕੀਤਾ, ਔਰ ਬੜੇ ਸਾਰੇ ਆਵਾਮ ਸਾਨੂੰ ਵੀ ਮੈਸੇਜ ਕਰਦੀ ਰਹੀ ਹੈ ਕਿ ਯੂਕੇ ਔਰ ਕੈਨੇਡਾ ਦੇ ਵੀਜ਼ੇ ਵਾਸਤੇ, ਲੇਕਿਨ ਬਹੁਤ ਜ਼ਿਆਦਾ ਸਰਵਿਸਿਜ਼ ਜੋ ਪ੍ਰੋਵਾਈਡ ਕਰ ਰਹੇ ਨੇ, ਤੁਹਾਡੇ ਨਾਲ ਸ਼ੇਅਰ ਵੀ ਕਰ ਦਿੱਤੀਆਂ ਨੇ। ਅਤੇ ਤੁਹਾਡੇ ਨਾਲ ਆਵਾਮ ਰਾਬਤਾ ਕਿਸ ਤਰੀਕੇ ਨਾਲ ਕਰ ਸਕਦੀ ਹੈ? ਕੋਈ ਫ਼ੋਨ ਨੰਬਰ, ਈਮੇਲ ਜਾਂ ਕੋਈ ਐਡਰੈਸ? ਮੈਂ ਸਾਰਿਆਂ ਦੇ ਕੋਲੋਂ ਇੱਕ ਵਾਰੀ ਸੌਰੀ ਕਹਿਣਾ ਚਾਹੂੰਗਾ ਕਿ ਵਟਸਐਪ ਦੇ ਉੱਪਰ ਮੈਂ ਆਪਣਾ ਨੰਬਰ ਟਿਕਟੋਕ ਦੇ ਉੱਪਰ ਅਪਡੇਟ ਕੀਤਾ ਸੀਗਾ। ਉਹਦੇ ਵਿੱਚ ਮੈਂ ਵੀਡੀਓ ਦੇ ਵਿੱਚ ਕਹਿੰਦਾ ਵੀ ਹਾਂ ਕਿ ਆਪਣੇ ਭੈਣ ਭਰਾਵਾਂ ਨੂੰ ਕਿ ਤੁਸੀਂ ਮੈਨੂੰ ਸਿਰਫ ਨਾ ਵੋਇਸ ਮੈਸੇਜ ਕਰਨਾ ਆ, ਪਰ ਸਾਡੇ ਜਿਹੜੇ ਭੈਣ ਭਰਾ ਨਾ ਉਹ ਵੋਇਸ ਮੈਸੇਜ ਨਹੀਂ ਕਰਦੇ, ਉਹ ਸਿੱਧੀ ਕਾਲ ਲਾ ਲੈਂਦੇ ਆ, ਅਤੇ ਉਹਦੇ ਨਾਲ ਬਹੁਤ ਜ਼ਿਆਦਾ ਡਿਸਟਰਬੈਂਸ ਹੁੰਦੀ ਆ, ਕਿਉਂਕਿ ਹਰ ਇੱਕ ਬੰਦੇ ਦਾ ਫੋਨ ਨਹੀਂ ਲੈ ਹੁੰਦਾ। ਮੈਂ ਤਾਂ ਹੀ ਸਾਰਿਆਂ ਨੂੰ ਰਿਕੁਐਸਟ ਕਰਦਾ ਹੁੰਦਾ ਕਿ ਤੁਸੀਂ ਵੋਇਸ ਮੈਸੇਜ ਕਰ ਦਿਓ। ਅਤੇ ਹੁਣ ਮੈਂ ਸਾਰਿਆਂ ਦੇ ਕੋਲੋਂ ਮਾਜ਼ਰਤ ਕਰ ਲੈਂਦਾ, ਸੌਰੀ ਵੀ ਮੰਗ ਲੈਂਦਾ ਕਿ ਹੁਣ ਤੁਹਾਨੂੰ ਮੇਰੀ ਪ੍ਰੋਫਾਈਲ ਦੇ ਉੱਪਰ ਮੇਰਾ ਨੰਬਰ ਨਹੀਂ ਲੱਭਣਾ, ਤੁਹਾਨੂੰ ਮੇਰੀ ਈਮੇਲ ਲੱਭੂਗੀ। ਤੁਸੀਂ ਉਹ ਈਮੇਲ ਦੇ ਵਿੱਚ ਜਾ ਕੇ ਸਿਰਫ ਆਪਣਾ ਨੰਬਰ ਲਿਖਦੇ, ਦੈਨ ਵੀ ਵਿਲ ਕੰਟੈਕਟ ਯੂ, ਅਸੀਂ ਤੁਹਾਨੂੰ ਕਾਲ ਕਰ ਲਵਾਂਗੇ। ਪਰ ਹੁਣ ਮੈਂ ਇੱਕ ਹੋਰ ਚੀਜ਼ ਉਹਦੇ ਵਿੱਚ ਐਡ ਕਰਨ ਲੱਗਾ ਹਾਂ। ਜਦੋਂ ਤੁਸੀਂ ਮੇਰੀ ਪ੍ਰੋਫਾਈਲ ਦੇ ਵਿੱਚ ਜਾਓਗੇ, ਇੱਕ ਲਿੰਕ ਮਿਲੂਗਾ। ਜਦੋਂ ਤੁਸੀਂ ਉਹ ਲਿੰਕ ਨੂੰ ਓਪਨ ਕਰੋਗੇ ਅਤੇ ਉਹਦੇ ਵਿੱਚ ਇੱਕ ਫੋਰਮ ਹੋਊਗਾ, ਜਿਹਦੇ ਵਿੱਚ ਤੁਸੀਂ ਆਪਣਾ ਨਾਮ ਲਿਖਣਾ ਅਤੇ ਆਪਣਾ ਫ਼ੋਨ ਨੰਬਰ ਲਿਖ ਦੇਣਾ ਆ। ਉਸ ਤੋਂ ਬਾਅਦ 'ਚੋਂ 4-5 ਜਿਹੜੀਆਂ ਸਾਡੀਆਂ ਸਰਵਿਸਿਜ਼ ਹੋਊਗੀਆਂ, ਉਹਦੇ ਉੱਤੇ ਤੁਸੀਂ ਕਲਿੱਕ ਕਰ ਦੇਣਾ, ਸਿਲੈਕਟ ਕਰ ਲੈਣਾ, ਅਤੇ ਦੈਨ ਇੱਕ ਕੌਮੈਂਟ, ਜੀ ਜਿਹੜਾ ਵੀ ਕੋਈ ਕਿਸੇ ਨੂੰ ਕੰਮ ਹੈ ਜੀ, ਉਹ ਤੁਸੀਂ ਸਿਲੈਕਟ ਕਰ ਲੈਣਾ, ਅਤੇ ਜੇ ਕੋਈ ਸਪੈਸ਼ਲ ਕੁਛ ਹੈਗਾ ਤਾਂ ਕੌਮੈਂਟ ਲਿਖ ਦੇ ਅਤੇ ਸੈਂਡ ਕਰ ਦੇ, ਸਬਮਿਟ ਕਰ ਦੇ, ਅਤੇ ਉਹ ਤੋਂ ਬਾਅਦ 'ਚੋਂ ਕੀ ਕਹਿੰਦੇ ਅਸੀਂ ਆਪੇ ਤੁਹਾਡੇ ਨਾਲ ਕੰਟੈਕਟ ਕਰ ਲਵਾਂਗੇ। ਅੱਛਾ, ਜਿੰਨੇ ਵੀ ਵੀਰ ਭਰਾ ਤੁਸੀਂ ਯੂਨਾਨ 'ਚ ਹੋ, ਤਮਾਮ ਤਾਰਕਿਨ ਵਤਨ, ਚਾਹੇ ਤੁਸੀਂ ਕਿਸੇ ਵੀ ਕੰਟਰੀ ਤੋਂ ਬਿਲੋਂਗ ਕਰਦੇ ਹੋ, ਭਾਈ ਚੰਚਲ ਸੋਢੀ ਸਾਹਿਬ ਨੇ ਐਸੇ ਵਾਸਤੇ ਨੰਬਰ ਦਿੱਤਾ ਸੀ, ਚਲੋ ਆਵਾਮ ਦਾ ਫ਼ਾਇਦਾ ਹੋ ਜਾਏ, ਲੇਕਿਨ ਬਹੁਤ ਜ਼ਿਆਦਾ ਆਵਾਮ ਬਿਲਾ ਵਜ੍ਹਾ ਕਾਲ ਕਰਦੀ ਹੈ, ਟਾਈਮ ਦੀ ਕੋਈ ਉਹਨਾਂ ਨੂੰ ਪਾਸਦਾਰੀ ਨਹੀਂ ਕਰਨੀ, ਕਿਸੇ ਟਾਈਮ ਹੀ ਕਾਲ ਲਾ ਦੇਣੀ ਹੈ। ਅਤੇ ਉਹਨਾਂ ਨੇ ਆਪਣੇ ਟਿਕਟਾਕ ਅਕਾਊਂਟ 'ਤੇ ਹੀ ਇੱਕ ਈਮੇਲ ਜਿਹੜੀ ਉਹ ਸਬਮਿਟ ਕਰ ਦਿੱਤੀ ਹੈ। ਤੁਸੀਂ ਉਹਨਾਂ ਦਾ ਟਿਕਟਾਕ ਵੀਡੀਓ 'ਤੇ ਵੇਖ ਰਹੇ ਹੋ। ਇਸ ਟਿਕਟਾਕ ਅਕਾਊਂਟ ਨੂੰ ਤੁਸੀਂ ਫਾਲੋ ਕਰਕੇ ਅਤੇ ਇਸ ਲਿੰਕ ਨੂੰ ਤੁਸੀਂ ਜਦੋਂ ਓਪਨ ਕਰਨਾ ਹੈ, ਅਤੇ ਜਿਹੜੀ ਵੀ ਤੁਹਾਨੂੰ ਸਰਵਿਸਿਜ਼ ਚਾਹੀਦੀ ਹੈ, ਕੈਨੇਡਾ ਦਾ, ਯੂਕੇ ਦਾ ਵੀਜ਼ਾ, ਜਾਂ ਕੋਈ ਵੀ ਤੁਸੀਂ ਕੰਮ ਕਰਵਾਉਣਾ ਹੈ, ਜਿਹੜੇ ਉਹ ਕੰਮ ਕਰਦੇ ਨੇ, ਤੁਸੀਂ ਉਹਨਾਂ 'ਤੇ ਕਲਿੱਕ ਕਰਕੇ ਸਬਮਿਟ ਕਰਨਾ, ਅਤੇ ਆਟੋਮੈਟਿਕਲੀ ਉਹਨਾਂ ਨੂੰ ਮੈਸੇਜ ਰਿਸੀਵ ਹੋਏਗਾ, ਤਾਂ ਤੁਹਾਡੇ ਨਾਲ ਖੁਦ ਰਾਬਤਾ ਕਰ ਲੈਣਗੇ। ਅੱਛਾ, ਇਹ ਜਿਹੜੀ ਈਮੇਲ ਦੇਣ ਦਾ ਜਾਂ ਇੱਕ ਪੇਜ ਆਵਾਮ ਨਾਲ ਤੁਸੀਂ ਮੁਤਾਰਫ ਕਰਵਾਉਣਾ ਹੈ, ਇਹਦੀ ਕੀ ਵਜ੍ਹਾ ਹੈ? ਡਾਇਰੈਕਟਲੀ ਨੰਬਰ ਦੇਣ ਦੀ ਵਜ੍ਹਾ ਕਿਉਂ ਨਹੀਂ ਤੁਸੀਂ ਨੰਬਰ ਦੇ ਦਿੰਦੇ ਬਿਹਤਰ? ਨੰਬਰ ਡੀਅਰ ਮੈਂ ਦਿੱਤਾ ਸੀਗਾ ਪਹਿਲਾਂ, ਅਤੇ ਮੇਰੇ ਕੋਲ ਇਸ ਵੇਲੇ ਮੇਰੇ ਫ਼ੋਨ ਦੇ ਵਿੱਚ ਮੇਰੇ ਖਿਆਲ ਦੇ ਨਾਲ 2900 ਕੰਟੈਕਟ ਹੈਗੇ ਆ। ਮੇਰੇ ਬਹੁਤ ਸਾਰੇ ਭੈਣ ਭਰਾਵਾਂ ਕੋਲ ਮੇਰਾ ਨੰਬਰ ਹੈਗਾ ਆ, ਪਰ ਮਸਲਾ ਉਹਦੇ ਵਿੱਚ ਇਹੋ ਹੀ ਹੁੰਦਾ ਕਿ ਕਈ ਵਾਰੀ ਮੈਂ ਬਾਈਕ ਚਲਾਉਂਦਾ ਹੁੰਦਾ, ਜਾਂ ਕਾਰ ਚਲਾ ਰਿਹਾ ਹੁੰਦਾ ਆ, ਜਾਂ ਮੈਂ ਇੱਥੇ ਕੋਈ ਕੰਮ ਕਰਦਾ ਹੁੰਦਾ, ਜਾਂ ਫਾਈਲ ਭਰਦਾ ਹੁੰਦਾ, ਅਤੇ ਉਸ ਵੇਲੇ ਫਿਰ ਪਰੇਸ਼ਾਨੀ ਹੁੰਦੀ ਆ। ਤਾਂ ਮੈਂ ਕਿਹਾ ਕਿ ਉਹਦੇ ਵਿੱਚ ਤੁਹਾਨੂੰ ਫੋਰਮ ਮਿਲ ਜਾਊਗਾ, ਜਸਟ ਉਹਦੇ ਉੱਤੇ ਕਲਿੱਕ ਕਰ ਦੇ, ਦੈਨ ਵੀ ਵਿਲ ਕਾਲ ਯੂ ਬੈਕ, ਦੈਟ ਇਜ਼ ਨੋ ਪ੍ਰੋਬਲਮ। ਔਰ ਇਸ ਜਿਹੜੇ ਪੇਜ ਦਾ ਉਹਨਾਂ ਮੁਤਾਰਫ ਕਰਵਾਉਣਾ ਨਾ, ਯਾਨੀ ਜਿਹੜਾ ਉਹਨਾਂ ਲਿੰਕ ਦੇ ਦੇਣਾ ਆਪਣੇ ਟਿਕਟਾਕ ਅਕਾਊਂਟ 'ਤੇ, ਜਿਹੜਾ ਤੁਸੀਂ ਮੇਰੀ ਵੀਡੀਓ ਸਕਰੀਨ 'ਤੇ ਵੇਖ ਰਹੇ ਹੋ, ਇਹਨਾਂ ਦਾ ਟਿਕਟਾਕ ਅਕਾਊਂਟ ਹੈ, ਤੁਸੀਂ ਇਹਨੂੰ ਫਾਲੋ ਕਰ ਸਕਦੇ ਹੋ। ਉਹਦੀ ਵਜ੍ਹਾ ਹੈ ਕਿ ਸਿਰਫ ਉਹ ਅਫਰਾਦ ਰਾਬਤਾ ਕਰਨਗੇ ਜਿਹੜੇ ਵੈਸੇ ਵਾਕਈ ਹੀ ਇੰਟਰਸਟਿਡ ਹੋਣਗੇ ਕੋਈ ਵੀ ਕੰਮ ਕਰਵਾਉਣ ਵਾਸਤੇ, ਯਾਨੀ ਬਿਲਾ ਵਜ੍ਹਾ ਕਾਲਾਂ ਜਾਂ ਇਹ ਵੋ, ਇਸ ਵਾਸਤੇ ਨਾ
ਇਹ ਜਿਹੜਾ ਲਿੰਕ ਹੈ ਉਹ ਦੇ ਦਿੱਤਾ ਹੈ। ਅੱਛਾ, ਹੁਣ ਆਪਾਂ ਗੱਲ ਕਰਦੇ ਹਾਂ ਯੂਕੇ ਔਰ ਕੈਨੇਡਾ ਦੇ ਵੀਜ਼ੇ ਦੇ ਹਵਾਲੇ ਨਾਲ, ਤੇ ਬੜੇ ਸਾਰੇ ਆਵਾਮ ਪੁੱਛਦੀ ਹੈ, ਅੱਛਾ ਯੂਕੇ ਵਾਸਤੇ ਕਿਹੜੇ ਡਾਕੂਮੈਂਟਸ ਰਿਕੁਆਇਰਡ ਨੇ ਵੀਜ਼ਾ ਅਪਲਾਈ ਕਰਨ ਵਾਸਤੇ? ਯੂਜਲੀ ਤੁਸੀਂ ਕਿਸੇ ਵੀ ਮੁਲਕ ਦਾ ਵੀਜ਼ਾ ਅਪਲਾਈ ਕਰਨਾ ਨਾ, ਉਹਦੇ ਲਈ ਜਿਹੜੇ 5-6 ਡਾਕੂਮੈਂਟ ਉਹੋ ਹੀ ਹੁੰਦੇ ਆ ਸਾਰੀਆਂ ਐਂਬੈਸੀ ਵਾਸਤੇ। ਕਿਉਂਕਿ ਹੁਣ ਮੇਰੇ ਤੋਂ ਕਾਲ ਆ ਰਹੀਆਂ ਕਿ ਭਾਜੀ ਜਾਪਾਨ ਦਾ ਕਰ ਦੂੰਗੇ, ਆਸਟ੍ਰੇਲੀਆ ਦਾ ਕਰ ਦੂੰਗੇ, ਉਹ ਹਾਲੇ ਨਹੀਂ ਮੈਂ ਸ਼ੁਰੂ ਕੀਤਾ, ਹਾਲੇ ਸਿਰਫ ਯੂਕੇ ਅਤੇ ਕੈਨੇਡਾ ਦਾ ਆ। ਅਤੇ ਇਹਦੇ ਲਈ ਜਿਹੜੇ 6 ਪੇਪਰ ਆਪਾਂ ਨੂੰ ਚਾਹੀਦੇ ਨਾ, ਉਹ ਮੈਂ ਹੁਣ ਬੋਲ ਕੇ ਦੱਸਦਾ ਤਾਂ ਕਿ ਉਹ ਮੇਰੇ ਸਾਰੇ ਭੈਣ ਭਰਾਵਾਂ ਨੂੰ ਪਤਾ ਲੱਗ ਜਾਣ। ਸਭ ਤੋਂ ਪਹਿਲਾਂ ਤਾਂ ਫੁੱਲ ਪਾਸਪੋਰਟ ਚਾਹੀਦਾ, ਸਾਰਾ ਪਾਸਪੋਰਟ ਸਕੈਨ ਕੀਤਾ ਹੋਣਾ ਚਾਹੀਦਾ। ਆਦੀਆ ਪਾਰਾਮੋਨੀ ਦਾ ਅਗਲਾ ਪਿਛਲਾ ਪੇਜ ਜਿਹੜਾ ਰੈਜ਼ੀਡੈਂਸ ਪਰਮਿਟ ਆ, ਇਹਦੇ ਵਿੱਚ ਖਿਆਲ ਕਰ ਲੈਂ, ਬਹੁਤ ਸਾਰੇ ਭੈਣ ਭਰਾ ਪੁੱਛਦੇ ਰਹਿੰਦੇ ਕਿ ਵਿਵਿਓਸੀ 'ਤੇ ਕਿੱਦਾਂ, ਵਿਵਿਓਸੀ ਨਹੀਂ ਚੱਲਣੀ ਡੀਅਰ, ਤੁਹਾਡੇ ਕੋਲ ਆਦੀਆ ਪਾਰਾਮੋਨੀ ਹੋਣਾ ਚਾਹੀਦਾ ਆ। ਉਹ ਚਾਹੇ ਜਿਹੜੀ ਮਰਜ਼ੀ ਕੈਟਾਗਰੀ ਦਾ ਹੋਵੇ, ਐਟਲੀਸਟ ਸਾਲ ਕੁ ਦਾ ਵੈਲਿਡ ਹੋਣਾ ਚਾਹੀਦਾ ਆ। ਇਹ ਚੀਜ਼ ਨੂੰ ਖਿਆਲ ਦੇ ਵਿੱਚ ਰੱਖੇਂ, ਵਿਵਿਓਸੀ ਨਹੀਂ ਚਾਹੀਦੀ, ਕਾਰਡ ਚਾਹੀਦਾ ਆ। ਉਹ ਤੋਂ ਬਾਅਦ 'ਚੋਂ ਇੱਕ ਪਿਫਤਨੀ ਦਿਲੋਸੀ ਚਾਹੀਦੀ ਆ ਤੁਹਾਡੇ ਮਾਲਕ ਵੱਲੋਂ, ਜਿਹਨੂੰ NOC ਵੀ ਕਹਿੰਦੇ ਆ। ਉਹਦੀ PDF ਮੈਂ ਤੁਹਾਨੂੰ ਦਿਖਾ ਦੂੰਗਾ, ਦੇ ਦੂੰਗਾ, ਤੁਸੀਂ ਵਿੱਚ ਸ਼ੋਅ ਕਰ ਦੇ। ਉਹ ਤੋਂ ਬਾਅਦ 'ਚੋਂ ਘਰ ਦਾ ਪ੍ਰੂਫ, ਕਈ ਭੈਣ ਭਰਾਵਾਂ ਦੇ ਕੋਲ ਘਰ ਦਾ ਸਿੰਬੋਲੀਓ ਹੈਗਾ, ਜਿਨ੍ਹਾਂ ਦੇ ਕੋਲ ਜਿਹੜੇ ਤਾਂ ਸਿੰਬੋਲੀਓ ਹੈਗਾ, ਪਰ ਕਈਆਂ ਮੇਰੇ ਭੈਣ ਭਰਾਵਾਂ ਦੇ ਕੋਲ ਸਿੰਬੋਲੀਓ ਨਹੀਂ ਹੈਗਾ। ਉਹ ਜਾਂ ਤਾਂ ਜਿਨ੍ਹਾਂ ਦੇ ਨਾਲ ਰਹਿੰਦੇ ਆ ਉਹਨਾਂ ਦੇ ਕੋਲੋਂ ਪਿਫਤਨੀ ਦਿਲੋਸੀ ਲਿਖਵਾ ਲੈਂ, ਜਾਂ ਜਿਹੜਾ ਮਾਲਕ ਦਾ ਲੈਟਰ ਆ ਉਹਦੇ ਵਿੱਚ ਹੀ ਲਿਖ ਦੇਵਾਂਗੇ ਕਿ ਵੀ ਅਕਮੋਡੇਸ਼ਨ ਪ੍ਰੋਵਾਈਡ ਬਾਏ ਇੰਪਲੋਇਰ। ਇੱਕ ਲਾਸਟ ਕਥਾਰਿਸਟਕੋ ਚਾਹੀਦੀ ਆ। ਲਾਸਟ ਕਥਾਰਿਸਟਕੋ ਦਾ ਮਤਲਬ ਇਹ ਹੁੰਦਾ ਆ ਕਿ ਉਹਨਾਂ ਨੂੰ ਸ਼ੋਅ ਹੋਵੇ ਕਿ ਤੁਸੀਂ ਪਿਛਲੇ ਸਾਲ ਵੀ ਕੰਮ ਕੀਤਾ ਆ, ਤੁਸੀਂ ਤੁਹਾਡੇ ਕੋਲ ਇੰਨੀ ਤੁਹਾਡੀ ਕਥਾਰਿਸਟਕੋ ਹੈਗੀ ਆ, ਦੈਟ ਮੀਨ ਯੂ ਹੈਵ ਮਨੀ, ਤੁਹਾਡੇ ਕੋਲ ਸਟੇਬਲ ਜੋਬ ਹੈਗੀ ਆ। ਅਤੇ ਹੁਣ ਜਿਹੜੀ ਬੈਂਕ ਸਟੇਟਮੈਂਟ ਆ ਉਹਦੇ ਬਾਰੇ ਆਪਾਂ ਨੈਕਸਟ ਤੁਹਾਨੂੰ ਥੋੜ੍ਹੀ ਦੇਰ ਬਾਅਦ ਐਕਸਪਲੇਨ ਕਰਦੇ ਕਿ ਉਹ ਕਿੱਦਾਂ ਦੀ ਹੋਣੀ ਚਾਹੀਦੀ ਆ, ਜਿਹੜੀ ਕਿ ਇਫੈਕਟਿਵ ਹੋਵੇ, ਜਿਹਦੇ ਨਾਲ ਵੀਜ਼ਾ ਮਿਲਣ ਦੇ ਵਿੱਚ ਆਸਾਨੀ ਹੋਵੇ। ਪਾਸਪੋਰਟ ਕਿੰਨੀ ਦੇਰ ਤੱਕ ਵੈਲਿਡ ਹੋਣਾ ਚਾਹੀਦਾ? ਕਿਉਂਕਿ ਜਿਹੜੇ ਯੂਕੇ ਵਾਲੇ ਆ ਉਹ 6 ਮਹੀਨੇ ਤੋਂ ਜ਼ਿਆਦਾ, 6 ਮਹੀਨੇ ਤੋਂ ਘੱਟ ਵੀਜ਼ਾ ਨਹੀਂ ਦਿੰਦੇ, ਅਤੇ ਜਿਹੜਾ ਪਾਸਪੋਰਟ ਆ ਉਹ ਵੀ 6 ਮਹੀਨੇ ਤੋਂ ਜ਼ਿਆਦਾ ਹੀ ਵੈਲਿਡ ਹੋਣਾ ਚਾਹੀਦਾ। ਯੂਜਲੀ ਸਾਰਿਆਂ ਦੇ ਕੋਲ ਪਾਸਪੋਰਟ ਦਾ ਤਾਂ ਇਸ਼ੂ ਨਹੀਂ ਹੈਗਾ, ਸਿਰਫ ਆਦੀਆ ਪਾਰਾਮੋਨੀ ਦਾ ਇਸ਼ੂ ਹੁੰਦਾ ਕਿ ਉਹ ਕਈ ਵਾਰੀ ਇਹਨਾਂ ਦੇ ਕੋਲ 6 ਮਹੀਨੇ ਤੋਂ ਘੱਟ ਹੁੰਦੀ ਆ, ਅਤੇ ਡੀਅਰ ਉਹ ਨਾ ਅਪਲਾਈ ਕਰਨ। ਔਰ ਜਿਹੜੇ ਆਦੀਆ ਪਾਰਾਮੋਨੀ ਨੇ ਯੂਨਾਨ ਦੇ ਡਾਕੂਮੈਂਟਸ ਨੇ, ਯਾਨੀ ਰੈਜ਼ੀਡੈਂਟ ਪਰਮਿਟ, ਇਹ ਮੁਖਤਲਿਫ ਕੈਟਾਗਰੀਆਂ ਦੇ ਨੇ ਨਾ ਜੀ। ਤੇ ਆਦੀਆ ਪਾਰਾਮੋਨੀ ਕੋਈ ਵੀ ਹੈ, ਚਾਹੇ 3 ਸਾਲ ਇਮੀਗ੍ਰੇਸ਼ਨ ਵਾਲਾ ਹੈ, 7 ਸਾਲ ਇਮੀਗ੍ਰੇਸ਼ਨ ਵਾਲਾ, ਜਾਂ ਕੋਈ ਯੂਨਾਨ ਵੀਜ਼ੇ ਤੇ ਆਇਆ ਤਾਂ ਉਹਨੂੰ ਡਾਕੂਮੈਂਟਸ ਮਿਲੇ ਨੇ, ਯਾਨੀ ਕੋਈ ਵੀ ਪੇਪਰ ਹੋਣ ਤੇ ਉਹ ਯੂਕੇ ਜਾਂ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਸਕਦਾ? ਕੋਈ ਵੀ ਉਹਦੇ ਵਿੱਚ ਨਹੀਂ ਕੋਈ ਹੈਗਾ, ਸਿਰਫ ਕਾਰਡ ਹੋਣਾ ਚਾਹੀਦਾ ਜਿਹੜਾ ਕਿ ਵੈਲਿਡ ਹੋਵੇ ਮੋਰ ਦੈਨ 10 ਮੰਥ, ਘੱਟ ਤੋਂ ਘੱਟ ਸਾਲ ਦਾ, ਘੱਟ ਤੋਂ ਘੱਟ ਮੈਕਸਿਮਮ 1 ਸਾਲ। ਹਾਂਜੀ। ਔਰ ਉਸ ਤੋਂ ਬਾਅਦ ਜਿਹੜੇ ਨੇ ਯਾਨੀ ਕਿ ਸਮੋਲੀਆ ਕਾਰਡ ਦਾ ਕੰਟਰੈਕਟ ਉਹ ਹੋਣਾ ਚਾਹੀਦਾ, ਅਗਰ ਉਹ ਨਹੀਂ ਹੈ ਤੇ ਪਿਫਤਨ ਦਿਲੋਸੀ ਬੰਦਾ ਕਰਵਾ ਸਕਦਾ। ਪਿਫਤਨੀ ਦਿਲੋਸੀ ਵੀ ਚੱਲ ਜਾਊਗੀ। ਅਗਰ ਪਿਫਤਨੀ ਦਿਲੋਸੀ ਵੀ ਨਹੀਂ ਹੈਗੀ, ਘਰ ਦਾ ਸਿੰਬੋਲੀਓ ਵੀ ਨਹੀਂ ਹੈਗਾ, ਜਿੱਦਾਂ ਕਿ ਮੈਂ ਪਹਿਲਾਂ ਬੋਲ ਕੇ ਹਟਿਆ, ਜਿਹੜਾ ਮਾਲਕ ਦਾ ਲੈਟਰ ਆ ਉਹਦੇ ਵਿੱਚ ਹੀ ਲਿਖ ਦੇਵਾਂਗੇ ਕਿ ਜਿਹੜੀ ਅਕਮੋਡੇਸ਼ਨ ਆ ਉਹ ਮਾਲਕ ਨੇ ਪ੍ਰੋਵਾਈਡ ਕੀਤੀ ਆ। ਅੱਛਾ, ਉਸ ਤੋਂ ਇਲਾਵਾ ਫਿਰ ਜਿਹੜੀ ਬੈਂਕ ਸਟੇਟਮੈਂਟ ਹੈ, ਇਹਦੇ ਹਵਾਲੇ ਨਾਲ ਕਿੰਨੀ ਕੁ ਦੇਰ ਦੀ ਬੈਂਕ ਸਟੇਟਮੈਂਟ ਮੈਕਸਿਮਮ ਹੋਣੀ ਚਾਹੀਦੀ ਹੈ, ਤੇ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ, ਥੋੜ੍ਹਾ ਜਿਹਾ ਤਫਸੀਲ ਨਾਲ? ਇਹਦੇ ਬਾਰੇ ਮੈਂ ਜ਼ਰੂਰ ਗੱਲ ਕਰਨਾ ਚਾਹੂੰਗਾ, ਕਿਉਂਕਿ ਯੂਜਲੀ ਲੈਟਸ ਸੇ ਅਗਰ ਮੈਨੂੰ 10 ਜਣੇ ਫ਼ੋਨ ਕਰਦੇ ਨਾ ਯੂਕੇ ਦੇ ਵੀਜ਼ਾ ਵਾਸਤੇ, ਅਤੇ ਉਹਨਾਂ ਦੇ ਵਿੱਚੋਂ 7 ਜਣਿਆਂ ਦੇ ਕੋਲੋਂ ਨਾ ਪੇਪਰ ਹੀ ਨਹੀਂ ਪੂਰੇ ਹੁੰਦੇ, ਜਿਹਦੇ ਵਿੱਚ ਮੇਨ ਜਿਹੜੀ ਬਣਦੀ ਆ ਉਹ ਬਣਦੀ ਆ ਬੈਂਕ ਸਟੇਟਮੈਂਟ। ਕਿਉਂਕਿ ਜਿੱਦਾਂ ਹੁਣ ਅਸੀਂ ਸਾਰੇ ਭੈਣ ਭਰਾ ਇੱਥੇ ਆਏ ਆ, ਅਸੀਂ ਇੱਥੇ ਕੰਮ ਕਰਨ ਹੀ ਆਏ ਆ, ਹੈ ਨਾ। ਅਤੇ ਹੁੰਦਾ ਕੀ ਆ ਕਿ ਜਦੋਂ ਸਾਨੂੰ ਤਨਖਾਹ ਮਿਲਦੀ ਉਹਦੇ ਵਿੱਚੋਂ ਅਸੀਂ ਆਪਣਾ ਖਰਚਾ ਰੱਖ ਕੇ ਬਾਕੀ ਦੇ ਪੈਸੇ ਅਸੀਂ ਆਪਣੇ ਘਰਦਿਆਂ ਨੂੰ ਇੰਡੀਆ ਪਾਕਿਸਤਾਨ ਭੇਜ ਦਿੰਦੇ ਹਾਂ, ਜਿਹੜਾ ਕਿ ਨੋਰਮਲ ਗੱਲ ਆ, ਇਹਦੇ ਵਿੱਚ ਕੋਈ ਇਤਰਾਜ਼ ਵੀ ਨਹੀਂ ਹੈਗਾ ਕੋਈ, ਕਿਉਂਕਿ ਸਾਡਾ ਤਾਂ ਮੇਨ ਰੀਜ਼ਨ ਹੀ ਇਹੋ ਆ ਬਾਹਰ ਆਉਣ ਦਾ। ਪਰ ਹੁਣ ਜਦੋਂ ਅਸੀਂ ਇੱਥੇ ਆ ਗਏ ਹਾਂ ਅਤੇ ਫਿਰ ਦਿਲ ਕਰਦਾ ਕਿ ਲੈਟਸ ਗੋ ਟੂ ਕੈਨੇਡਾ, ਲੈਟਸ ਗੋ ਟੂ ਯੂਕੇ, ਚਲੋ ਜਾ ਕੇ ਆਈਏ। ਅਤੇ ਉਸ ਵੇਲੇ ਜਿਹੜੀ ਬੈਂਕ ਸਟੇਟਮੈਂਟ ਆ ਨਾ, ਉਹਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ। ਜਿਹੜੇ ਯੂਕੇ ਵਾਲੇ ਆ ਉਹ ਕੀ ਦੇਖਣਾ ਚਾਹੁੰਦੇ ਆ, ਉਹ ਕਹਿੰਦੇ ਆ ਕਿ ਵੀ ਲੈਟਸ ਸੇ ਅਗਰ ਤੁਹਾਡੇ ਕੋਲ 1000 ਯੂਰੋ, 1000 ਯੂਰੋ ਤੁਹਾਡੇ ਅਕਾਊਂਟ ਦੇ ਵਿੱਚ ਮਾਲਕ ਪਾਉਂਦਾ ਆ, 1000 ਪਾਉਂਦਾ ਜਾਂ 1200 ਪਾਉਂਦਾ, ਜੇ ਤੁਹਾਡੇ ਅਕਾਊਂਟ ਦੇ ਵਿੱਚ 1200 ਯੂਰੋ ਆਉਂਦਾ ਨਾ, ਅਤੇ ਉਹਦੇ ਵਿੱਚੋਂ ਤੁਸੀਂ ਕਮ ਸੇ ਕਮ 700 ਜਾਂ 800 ਸੇਵ ਰੱਖਣਾ ਆ, 400 ਖਰਚ ਲੈਂ। ਜੇ ਤੁਹਾਡੇ ਅਕਾਊਂਟ ਦੇ ਵਿੱਚ 1000 ਯੂਰੋ ਆਉਂਦਾ ਆ ਅਤੇ 700 ਯੂਰੋ ਰਹਿਣਾ ਚਾਹੀਦਾ, 300 ਯੂਰੋ ਖਰਚਾ ਕਰ ਲੈ। ਹੁਣ ਇਹਦੇ ਵਿੱਚ ਕੀ ਹੋਣਾ ਆ, ਹੁਣ ਆਪਾਂ ਨੂੰ ਚਾਹੀਦੀ ਹੈ ਬੈਂਕ ਸਟੇਟਮੈਂਟ ਲਾਸਟ 4 ਮੰਥ ਦੀ, ਠੀਕ ਆ, ਅਤੇ ਸਾਨੂੰ ਇੰਡੀਆ ਵੀ ਪੈਸੇ ਭੇਜਣੇ ਆ, ਅਸੀਂ ਪਾਕਿਸਤਾਨ ਵੀ ਪੈਸੇ ਭੇਜਣੇ ਆ।
ਉਸ ਵੇਲੇ ਮੈਂ ਕਹਿਣਾ ਚਾਹੂੰਗਾ ਕਿ ਵੀ ਤੁਸੀਂ ਉਹ 2-3 ਮਹੀਨੇ ਨਾ ਇੰਡੀਆ ਪਾਕਿਸਤਾਨ ਪੈਸੇ ਨਾ ਭੇਜੇ, ਕਿਉਂਕਿ ਤੁਹਾਡੀ ਬੈਂਕ ਸਟੇਟਮੈਂਟ ਜੇ ਵਧੀਆ ਨਹੀਂ ਹੋਊਗੀ, ਸਟੇਬਲ ਨਹੀਂ ਹੋਊਗੀ, ਤਾਂ UK ਵਾਲਿਆਂ ਨੇ ਵੀਜ਼ਾ ਨਹੀਂ ਦੇਣਾ। ਕਿਉਂਕਿ ਜਦੋਂ ਉਹ ਦੇਖਣਗੇ ਕਿ ਤੁਹਾਨੂੰ 1000 ਯੂਰੋ ਮਿਲਦਾ ਜਾਂ 1200 ਮਿਲਦਾ, ਉਹਦੇ ਵਿੱਚੋਂ ਤੁਸੀਂ ਸਾਰੇ ਖਰਚ ਲੈਂਦੇ ਆ, ਕੋਈ ਵੀ ਰੀਜ਼ਨ ਹੋ ਸਕਦਾ, AB ਰੀਜ਼ਨ ਕੋਈ ਵੀ ਹੋ ਸਕਦਾ, ਅਤੇ ਫਿਰ ਤੁਹਾਡੇ ਕੋਲ ਬਚਿਆ ਕੀ ਆ? ਜੇ ਤੁਹਾਡੇ ਕੋਲ ਪੈਸੇ ਹੀ ਹੈ ਨਹੀਂ ਗਏ ਤਾਂ ਫਿਰ ਤੁਸੀਂ UK ਕੀ ਕਰਨ ਚੱਲੇ ਆ? ਟਰੈਵਲ ਕਿਸ ਤਰ੍ਹਾਂ ਕਰੋਗੇ? ਹਾਂ, ਉੱਥੇ ਖਰਚਾ ਕਿੱਦਾਂ ਕਰੋਗੇ ਤੁਸੀਂ? ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਸਿਰਫ ਇੱਥੋਂ ਹੁਣ ਮੌਕਾ ਲੱਭਣ ਦੇ ਵੀਜ਼ਾ ਲਵਾਉਣ ਦਾ, ਅਤੇ ਜਾ ਕੇ ਤੁਸੀਂ ਉੱਥੇ ਸੈੱਟ ਹੋ ਜਾਣਾ, ਉੱਥੋਂ ਤੁਸੀਂ ਵਾਪਸ ਨਹੀਂ ਆਉਣਾ। ਉਹ ਇਹ ਦੇਖਣਾ ਚਾਹੁੰਦੇ ਕਿ ਕੀ ਤੁਸੀਂ ਸਟੇਬਲ ਹੈਗੇ ਆ ਜਿਸ ਮੁਲਕ ਦੇ ਵਿੱਚ ਤੁਸੀਂ ਰਹਿੰਦੇ ਆ। ਇਹੋ ਹੀ ਇੱਕ ਰੀਜ਼ਨ ਹੁੰਦਾ ਉਹਨਾਂ ਦਾ, ਤੁਹਾਡੀ ਬੈਂਕ ਸਟੇਟਮੈਂਟ ਦੇਖਣ ਦਾ ਅਤੇ ਤੁਹਾਡੇ ਮਾਲਕ ਦਾ ਲੈਟਰ ਦੇਖਣ ਦਾ, ਹੋਰ ਕੋਈ ਰੀਜ਼ਨ ਨਹੀਂ ਹੁੰਦਾ। ਅੱਛਾ, ਇਹ ਬੈਂਕ ਸਟੇਟਮੈਂਟ ਦੇ ਹਵਾਲੇ ਨਾਲ ਇੱਕ ਹੋਰ ਬੜਾ ਪੇਚੀਦਾ ਜਿਹਾ ਸਵਾਲ ਮੇਰੇ ਵੀ ਮਾਈਂਡ 'ਚ ਆਉਣਾ ਹੈ। ਫਾਰ ਐਗਜ਼ਾਮਪਲ, ਅਗਰ ਮਾਲਕ ਪੈਸੇ ਪੇ ਕਰ ਰਿਹਾ ਜਾਂ ਉਹ ਕੋਈ ਅਫਰਾਦ ਜਿਹੜਾ UK ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦਾ, ਕਿਆ ਉਹ ਯਾਰਾਂ ਦੋਸਤਾਂ ਜਾਂ ਕਿਸੇ ਕੋਲ ਪੈਸੇ ਲੈ ਕੇ ਖੁਦ ਵੀ ਸਬਮਿਟ ਕਰ ਸਕਦਾ ਸਟੇਟਮੈਂਟ ਵਾਸਤੇ? ਕਿਆ ਉਹ ਵੀ ਮੰਨ ਲੈਣਗੇ UK ਵਾਲੇ, ਜਾਂ ਸਿਰਫ ਮਾਲਕ ਹੀ ਪੈਸੇ ਪਾਏ ਅਤੇ ਉਹੀ ਬੈਂਕ ਸਟੇਟਮੈਂਟ ਉਹ ਜਿਹੜੀ ਅਸੈਪਟ ਕਰਦੇ? ਨਹੀਂ ਜੀ, ਜਿਹੜਾ ਮਾਲਕ ਵੱਲੋਂ ਪੈਸੇ ਪੈਣੇ ਨਾ ਉਹੀ ਕਾਊਂਟ ਹੋਣੇ ਆ, ਕਿਉਂਕਿ ਉੱਥੇ ਲਿਖ ਹੁੰਦਾ ਮਿਸਤੋਦੋਸੀਆ। ਜਦੋਂ ਉਹਨੂੰ ਆਪਾਂ ਟਰਾਂਸਲੇਟ ਕਰਵਾਉਂਦੇ ਹਾਂ, ਉਹਦਾ ਪੇਰੋਲ ਲਿਖ ਹੋ ਜਾਂਦਾ ਜਾਂ ਇਨਕਮ ਲਿਖ ਹੋ ਜਾਂਦਾ, ਜਿਹੜਾ ਵੀ ਟਰਾਂਸਲੇਟਰ ਉਹਨੂੰ ਟਰਾਂਸਲੇਟ ਕਰਕੇ ਦਿੰਦਾ ਆ। ਇਹ ਚੀਜ਼ ਦਾ ਜ਼ਰੂਰ ਖਿਆਲ ਰੱਖਣਾ ਹੈ। ਬਹੁਤ ਸਾਰੇ ਭੈਣ ਭਰਾ ਮੈਨੂੰ ਪੁੱਛਦੇ ਰਹਿੰਦੇ ਕਿ ਭਾਜੀ ਅਸੀਂ ਕਿਸੇ ਆਪਣੇ ਦੂਸਰੇ ਫਰੈਂਡ ਕੋਲੋਂ ਪੈਸੇ ਲੈ ਕੇ ਵਿੱਚ ਪਾ ਲਈਏ। ਨਹੀਂ ਡੀਅਰ, ਇੱਦਾਂ ਨਹੀਂ ਹੋਣਾ। ਸਿਰਫ ਜਿਹੜਾ ਮਾਲਕ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਪਾਉਂਦਾ ਆ ਉਹੀ ਕਾਊਂਟ ਕੀਤੇ ਜਾਣੇ ਆ। ਉਹ ਬਹੁਤ ਤੇਜ਼ ਆ UK ਵਾਲੇ, ਉਹ ਬਹੁਤ ਤੇਜ਼ ਆ। ਉਹ ਹੀ ਹੋਣੇ ਨੇ। ਅਗਰ ਤੁਸੀਂ ਆਪਣੇ ਦੋਸਤਾਂ ਕੋਲੋਂ ਜਾਂ ਕਿਸੇ ਕੋਲੋਂ ਪੈਸੇ ਲੈਂਦੇ ਵੀ ਨਾ ਬੈਂਕ ਸਟੇਟਮੈਂਟ ਬਣਾਉਣ ਵਾਸਤੇ, ਸਟਰੋਂਗ ਕਰਨ ਵਾਸਤੇ, ਤਾਂ ਉਹਦਾ ਕੋਈ ਫਾਇਦਾ ਨਹੀਂ ਹੈ। ਸਿਰਫ ਤੁਹਾਡੇ ਮਾਲਕ ਨੇ ਜਿਹੜੀ ਤੁਹਾਡੀ ਸੈਲਰੀ ਪੈਣੀ ਹੈ ਉਹਦੇ ਨਾਲ ਹੀ ਤੁਹਾਡੇ ਵੀਜ਼ੇ ਜਿਹੜੇ ਨੇ UK ਦੇ ਉਹ ਲੱਗ ਸਕਦੇ ਨੇ, ਅਦਰਵਾਈਜ਼ ਕੋਈ ਸੀਨ ਨਹੀਂ ਹੈ। ਅੱਛਾ, ਇਸ ਹਵਾਲੇ ਨਾਲ ਇੱਕ ਹੋਰ ਵੀ ਬਾਤ ਹੈ UK ਦੇ ਵੀਜ਼ੇ ਦੇ ਹਵਾਲੇ ਨਾਲ, ਕਿ ਬੜੇ ਸਾਰੇ ਉਹ ਵੀ ਹੈ ਨੇ ਅਫਰਾਦ ਕਹਿੰਦੇ ਨੇ, ਚਲੋ ਤੁਹਾਡੇ ਨਾਲ ਸਵਾਲ ਵੀ ਕਰ ਲੈਂਦੇ ਕਿ ਸਾਡੇ ਕੋਲ VVOC ਹੈ ਜਿਹੜੀ, ਯਾਨੀ ਜਿਸ ਤਰ੍ਹਾਂ ਆਪਾਂ ਨੇ 3 ਸਾਲ ਇਮੀਗ੍ਰੇਸ਼ਨ ਵਾਲੇ ਪੇਪਰ ਅਪਲਾਈ ਕੀਤੇ ਨੇ, ਉਹਦੇ 'ਤੇ ਅਸੀਂ ਆਪਣੇ ਮੁਲਕ ਟਰੈਵਲ ਕਰ ਸਕਦੇ ਹਾਂ, ਠੀਕ ਹੈ। ਜਾਂ ਦੂਸਰੀ VVOC ਹੈ 7 ਸਾਲ ਇਮੀਗ੍ਰੇਸ਼ਨ ਦੇ ਹਵਾਲੇ ਨਾਲ, ਜਿਹਦੇ 'ਤੇ ਤੁਸੀਂ ਆਪਣੀ ਕੰਟਰੀ ਟਰੈਵਲ ਕਰ ਸਕਦੇ ਹੋ। ਜਾਂ ਤੁਸੀਂ ਪੇਪਰ ਰੀਨਿਊਵਲ ਵਾਸਤੇ ਅਪਲਾਈ ਕੀਤੇ ਨੇ ਅਤੇ VVOC ਮਿਲਦੀ ਉਹਦੇ ਤੁਸੀਂ ਟਰੈਵਲ ਕਰ ਸਕਦੇ ਹੋ। ਕਿਆ ਉਹਨਾਂ VVOCਆਂ 'ਤੇ ਜਿਨ੍ਹਾਂ 'ਤੇ ਬੰਦਾ ਟਰੈਵਲ ਕਰ ਸਕਦਾ ਆਪਣੀ ਕੰਟਰੀ, ਉਹਨਾਂ 'ਤੇ ਵੀ ਅਸੀਂ UK ਜਾਂ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਸਕਦੇ ਹਾਂ? ਨਹੀਂ ਜੀ, ਅਗਰ ਜਿਹੜੀ VVOC ਹੈ ਨਾ ਉਹ ਤੁਹਾਨੂੰ ਕਿਉਂ ਮਿਲੀ ਆ? ਉਹ ਤੁਹਾਨੂੰ ਇਸ ਕਰਕੇ ਮਿਲੀ ਕਿ ਤੁਸੀਂ ਆਪਣੇ ਪੇਪਰ ਸਬਮਿਟ ਕਰਵਾਏ ਆ, ਉਹਨਾਂ ਨੇ ਤੁਹਾਨੂੰ ਇੱਕ ਸਰਟੀਫਿਕੇਟ ਦਿੱਤਾ ਆ। ਅਤੇ ਜਿਹੜੀ ਗ੍ਰੀਸ ਗੌਰਮੈਂਟ ਆ ਉਹ ਤੁਹਾਨੂੰ ਇਜਾਜ਼ਤ ਦਿੰਦੀ ਆ ਕਿ ਤੁਸੀਂ ਉਹਦੇ ਉੱਤੇ ਆਪਣੇ ਮੁਲਕ ਜਾ ਸਕਦੇ ਆ ਅਤੇ ਵਾਪਸ ਆ ਸਕਦੇ ਆ। ਦੈਟਸ ਇਟ। ਉਹਦੇ ਉੱਤੇ ਨਾ ਤਾਂ ਤੁਸੀਂ ਯੂਰਪ ਦੇ ਵਿੱਚ ਕਿਸੇ ਮੁਲਕ 'ਚ ਜਾ ਸਕਦੇ ਆ, ਨਾ ਹੀ ਤੁਸੀਂ ਕਿਸੇ ਹੋਰ ਮੁਲਕ ਦਾ ਵੀਜ਼ਾ ਅਪਲਾਈ ਕਰ ਸਕਦੇ। ਕਿਉਂਕਿ ਜਦੋਂ ਅਸੀਂ ਐਪਲੀਕੇਸ਼ਨ ਕਰਦੇ ਹਾਂ ਉਹਦੇ ਵਿੱਚ ਇੱਕ ਆਪਸ਼ਨ ਆਉਂਦੀ ਆ ਕਿ ਜਿਹੜਾ ਤੁਹਾਡੇ ਕੋਲ ਕਾਰਡ ਹੈਗਾ ਆ, ਸਟੇ ਜਿਹੜੀ ਤੁਹਾਡੀ ਹੈਗੀ ਆ, ਉਹ ਕਿੰਨੇ ਚਿਰ ਲਈ ਵੈਲਿਡ ਆ। VVOC 'ਤੇ ਤਾਂ ਲਿਖਿਆ ਹੀ ਨਹੀਂ ਹੁੰਦਾ, ਫਿਰ ਅਸੀਂ ਉਹਦੇ ਉੱਤੇ ਡੇਟ ਕੀ ਪਾਈਏ? ਇਹ ਮੇਰੇ ਨਾਲ ਕੇਸ ਹੋਇਆ ਕਿ ਇੱਕ ਫੈਮਿਲੀ ਨੇ ਜਾਣਾ ਸੀ, ਉਹਨਾਂ ਨੇ ਕਿਹਾ ਕਿ ਵੀ ਭਾਜੀ ਤੁਸੀਂ ਕਰ ਦਿਓ ਅਪਲਾਈ, ਪਰ ਉਹਨਾਂ ਦੇ ਹਸਬੈਂਡ ਨੂੰ ਵੀਜ਼ਾ ਮਿਲ ਗਿਆ ਅਤੇ ਵਾਈਫ ਨੂੰ ਵੀਜ਼ਾ ਉਹਨਾਂ ਨੇ ਨਹੀਂ ਦਿੱਤਾ, ਕਿਉਂਕਿ ਉਹਨਾਂ ਦੇ ਕੋਲ VVOC ਸੀ। ਲੇਕਿਨ ਇਹ ਵੀ VVOC ਜਿਹੜੀ ਉਹ 7 ਸਾਲ ਆ, ਜਾਂ ਬੰਦਾ ਕਈਆਂ ਕੋਲ ਦੂਸਰੇ ਪੇਪਰ ਨੇ, ਯਾਨੀ ਫਾਰ ਐਵਰ, ਉਹ ਰੀਨਿਊਵਲ ਵਾਸਤੇ ਜਦੋਂ ਅਪਲਾਈ ਕਰਦੇ ਨੇ, ਯਾਨੀ ਕਿ ਜਿਸ ਤਰ੍ਹਾਂ ਹੈਪੀ ਮੈਕਰੋਨ ਨੇ ਉਹ ਅਪਲਾਈ ਕਰਦੇ ਤਾਂ ਉਹ ਵੀ VVOC ਮਿਲਦੀ ਹੈ। ਕਿਆ ਉਹਦੇ 'ਤੇ ਵੀ ਉਹ ਅਪਲਾਈ ਨਹੀਂ ਕਰ ਸਕਦੇ? ਕਿਸੇ ਵੀ VVOC 'ਤੇ ਨਹੀਂ ਤੁਸੀਂ ਜਾ ਸਕਦੇ। ਆਪਾਂ ਨੂੰ ਕਾਰਡ ਚਾਹੀਦਾ ਆ, ਰੈਜ਼ੀਡੈਂਸ ਪਰਮਿਟ ਚਾਹੀਦਾ ਆ, ਉਹ ਚਾਹੇ ਜਿਹੜੀ ਮਰਜ਼ੀ ਕੈਟਾਗਰੀ ਦਾ ਹੋਵੇ। ਯਾਨੀ ਕਿ ਵਾਜ਼ਿਹ ਤੌਰ 'ਤੇ ਆਹੀ ਬਾਤ ਹੈ ਕਿ ਤੁਹਾਡੇ ਕੋਲ ਕਿਸੇ ਕਿਸਮ ਦੀ ਕੋਈ VVOC, ਉਹਦੇ 'ਤੇ ਹਰਗਿਜ਼ ਤੁਸੀਂ ਕੋਈ ਵੀ ਵੀਜ਼ਾ ਅਪਲਾਈ ਨਹੀਂ ਕਰ ਸਕਦੇ UK, ਕੈਨੇਡਾ ਜਾਂ ਕਿਸੇ ਵੀ ਦੂਸਰੀ ਕੰਟਰੀ ਦਾ। ਸਿਰਫ ਉਹਦੇ ਤੁਸੀਂ ਆਪਣੇ ਮੁਲਕ ਟਰੈਵਲ ਕਰ ਸਕਦੇ ਹੋ। ਹਾਂ, ਅਗਰ ਤੁਹਾਡੇ ਕੋਲ ਰੈਜ਼ੀਡੈਂਸ ਕਾਰਡ ਹੈ ਯੂਨਾਨ ਦਾ, ਚਾਹੇ ਕੋਈ ਵੀ ਹੋ, 3 ਸਾਲ ਇਮੀਗ੍ਰੇਸ਼ਨ ਵਾਲਾ, 7 ਸਾਲ ਇਮੀਗ੍ਰੇਸ਼ਨ ਵਾਲਾ, ਹੈਪੀ ਮੈਕਰੋਨ ਹੈ, ਫਾਰ ਐਵਰ ਹੈ, ਕੋਈ ਵੀ ਹੈ, ਉਹਦੇ 'ਤੇ ਤੁਸੀਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਅੱਛਾ, ਇੱਕ ਹੋਰ ਸਵਾਲ ਹੈ ਕਿ ਹੁਣ ਦਿਲੋਸੀਆਂ ਦੇ ਹਵਾਲੇ ਨਾਲ, ਅਤੇ ਇਹ ਵੀ ਤੁਸੀਂ ਕੰਮ ਕਰ ਰਹੇ ਹੋ ਦਿਲੋਸੀਆਂ ਦੇ ਹਵਾਲੇ ਨਾਲ ਜਿਹੜਾ? ਜੀ ਬਿਲਕੁਲ ਜੀ, ਜਿਹੜੇ ਸਾਡੇ ਅਕਾਊਂਟੈਂਟ ਜਿਹੜੇ ਹੈਗੇ, ਟੀਮ ਸਾਡੀ ਹੈਗੀ ਆ, ਉਹ ਬਿਲਕੁਲ ਉਹ ਦਿਲੋਸੀਆਂ ਕਰ ਰਹੇ ਆ ਜੀ। ਅਤੇ ਤੁਸੀਂ ਸਾਰੇ ਕਰਵਾ ਵੀ ਲਏ ਦਿਲੋਸੀ। ਹੁਣ ਦਿਲੋਸੀ ਦੇ ਵਿੱਚ ਹੀ ਮੇਰੇ 2-4 ਮੇਰੇ ਜਿਹੜੇ ਨਾ ਜਵਾਬ ਆ, ਜਿਹੜੇ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰਨੇ ਚਾਹੁੰਦਾ ਆ। ਇਹ ਸਭ ਤੋਂ ਪਹਿਲਾਂ ਤਾਂ ਇਹ ਆ ਕਿ 16 ਤਰੀਕ ਤੋਂ ਪਲੇਟਫਾਰਮ ਓਪਨ ਹੋਇਆ ਆ, ਇਹ ਜੁਲਾਈ ਤੱਕ ਖੁੱਲ੍ਹਾ ਆ। ਸੋ ਇਸ ਟਾਈਮ ਦੇ ਵਿੱਚ ਤੁਸੀਂ ਕਦੀ ਵੀ ਦਿਲੋਸੀ ਕਰਵਾ ਸਕਦੇ ਆ। ਅਤੇ ਬਹੁਤ ਸਾਰੇ ਭੈਣ ਭਰਾ ਕਹਿ ਰਹੇ ਆ ਕਿ ਵੀ ਸਾਡੀਆਂ ਦਿਲੋਸੀਆਂ ਆਟੋਮੈਟਿਕ ਹੋਣੀਆਂ, ਜਿਹੜੀਆਂ ਕਿ ਜਿਨ੍ਹਾਂ ਦੀ ਡੇਟ ਹੈਗੀ ਆ 26 ਅਪ੍ਰੈਲ ਨੂੰ। ਕੁਛ
ਅਫਰਾਦ ਦੀਆਂ, ਕੁਛ ਲੋਕਾਂ ਦੀਆਂ ਦਿਲੋਸੀਆਂ ਆਟੋਮੈਟਿਕ ਹੋਣੀਆਂ। ਉਹਦੇ ਵਿੱਚ ਸਪੈਸ਼ਲੀ ਜਿਹੜੇ ਪੈਨਸ਼ਨ ਵਾਲੇ ਆ, ਕਿਉਂਕਿ ਉਹਨਾਂ ਦੀ ਸੈਲਰੀ ਦੇ ਵਿੱਚ ਕੋਈ ਚੇਂਜ ਨਹੀਂ ਆਉਂਦੀ, ਉਹਨਾਂ ਦੀ ਜਿੰਨੀ ਪੈਨਸ਼ਨ ਹੈਗੀ ਆ ਉਹਦੇ ਹਿਸਾਬ ਨਾਲ ਹੀ ਆ ਉਹਨਾਂ ਦੀਆਂ ਹੋ ਰਹੀਆਂ। ਅਤੇ ਉਹਦੇ ਵਿੱਚ ਹੁਣ ਕੱਲ੍ਹ ਹੀ ਮੈਨੂੰ ਮੇਰਾ ਅਕਾਊਂਟੈਂਟ ਦੱਸਣ ਡਿਆ ਸੀਗਾ ਕਿ ਮਿਸਟਰ ਸੋਢੀ, ਇੱਕ ਭਾ ਦੀ ਦਿਲੋਸੀ ਆਟੋਮੈਟਿਕ ਹੋਣੀ ਆ, ਪਰ ਉਹਨੂੰ ਸ਼ੋ ਹੋ ਰਿਹਾ ਆ 753 ਯੂਰੋ, ਉਹਨੂੰ ਫੋਰੋ ਪੈਣ ਡਿਆ ਆ। ਫੋਰੋ ਹੁੰਦਾ ਆ ਟੈਕਸ, ਮਤਲਬ ਸਾਡੇ ਭੈਣ ਭਰਾ ਸਾਰੇ ਕਹਿੰਦੇ ਰਹਿੰਦੇ ਜੁਰਮਾਨਾ ਕਹਿੰਦੇ ਰਹਿੰਦੇ ਆ, ਉਹਨੂੰ ਤੁਸੀਂ ਜੁਰਮਾਨਾ ਨਹੀਂ ਕਹਿਣਾ, ਉਹ ਤੁਹਾਡੀ ਇਨਕਮ ਦੇ ਉੱਪਰ ਟੈਕਸ ਆ। ਮਤਲਬ ਉਹ ਇੱਕ ਸ਼ਬਦ ਆ, ਉਹ ਇੱਕ ਅੱਖਰ ਆ, ਤੁਸੀਂ ਉਹਨੂੰ ਸਹੀ ਤਰੀਕੇ ਦੇ ਨਾਲ ਗੱਲ ਕਰਨੀ। ਉਹ ਤੁਹਾਨੂੰ ਜੁਰਮਾਨਾ ਨਹੀਂ ਪੈ ਰਿਹਾ, ਉਹ ਤੁਹਾਡੀ ਇਨਕਮ ਜੋ ਤੁਸੀਂ ਕਮਾਇਆ ਆ ਉਹਦੇ ਉੱਤੇ ਟੈਕਸ ਆ ਜਿਹੜਾ ਤੁਸੀਂ ਸਰਕਾਰ ਨੂੰ ਪੇ ਕਰਨਾ ਹੈ। ਪਰ ਹੁਣ ਇੱਕ ਇਹਦੇ ਵਿੱਚ ਹੋਰ ਮਸਲਾ ਆ ਰਿਹਾ ਆ ਕਿ ਬਹੁਤ ਸਾਰੇ ਭੈਣ ਭਰਾਵਾਂ ਦੀਆਂ ਜਿਹੜੀਆਂ ਕਥਾ ਰਿਸ਼ਤਕ ਨਾ, ਕਿਸੇ ਦੀ 12,000 ਦੀ ਆ, ਕਿਸੇ ਦੀ 15,000 ਦੀ ਆ, ਕਿਸੇ ਦੀ 18,000 ਦੀ, 19,000 ਦੀ ਆ। ਅਕਾਊਂਟੈਂਟ ਮੇਰਾ ਮੈਨੂੰ ਇਹ ਸਮਝਾ ਰਿਹਾ ਹੈ ਕਿ ਵੀ ਇਹਨਾਂ ਸਾਰਿਆਂ ਨੂੰ ਫੋਰੋ ਪੈਣਾ ਹੀ ਪੈਣਾ। ਜੇ ਕਿਸੇ ਦੀ ਸ਼ਾਦੀ ਨਹੀਂ ਹੋਈ ਉਹਨੂੰ ਫੋਰੋ ਜ਼ਿਆਦਾ ਪੈਣਾ, ਅਗਰ ਉਹਦੀ ਸ਼ਾਦੀ ਹੋਈ ਆ ਉਹਦੇ ਫੋਰੋ ਦੇ ਵਿੱਚ ਥੋੜ੍ਹੀ ਜਿਹੀ ਉਹਨੂੰ ਰਾਹਤ ਮਿਲਣੀ ਆ। ਅਗਰ ਉਹਦਾ ਇੱਕ ਬੱਚਾ ਆ ਉਹਨੂੰ ਥੋੜ੍ਹੀ ਹੋਰ ਰਾਹਤ ਮਿਲਣੀ ਆ, ਅਗਰ 2 ਬੱਚੇ ਆ ਤਾਂ ਉਹਨੂੰ ਥੋੜ੍ਹੀ ਹੋਰ ਰਾਹਤ ਮਿਲਣੀ ਆ। ਸੋ ਅਗਰ ਤੁਸੀਂ ਦੇਖਦੇ ਆ ਕਿ ਤੁਹਾਡੀ ਕਥਾ ਰਿਸ਼ਤਕ ਉਹ ਵੱਡੀ ਆ, ਜਿੱਦਾਂ ਹੁਣ ਮੇਰੇ ਕੋਲ ਇੱਕ ਕੇਸ ਆ, ਉਹਦੀ ਕਥਾ ਰਿਸ਼ਤਕ ਉਹ 19,236 ਯੂਰੋ ਦੀ ਹੈ ਅਤੇ ਉਹਨੂੰ ਹੁਣ ਫੋਰੋ ਸ਼ੋ ਹੋ ਰਿਹਾ ਆ 2,400। ਮੈਂ ਤੁਹਾਨੂੰ ਪਹਿਲਾਂ ਹੀ ਦਿਖਾ ਕੇ ਹਟਿਆ ਹੈ ਨਾ। ਇਹ ਚੀਜ਼ ਨੂੰ ਮੰਨ ਕੇ ਚੱਲੇ ਕਿ ਇਹ ਜਿਹੜਾ ਫੋਰੋ ਆ ਇਹ ਤੁਹਾਨੂੰ ਪੈਣਾ ਹੀ ਪੈਣਾ ਆ। ਇਹ ਤੋਂ ਬਚਣ ਦੇ ਥੋੜ੍ਹੇ ਜਿਹੇ ਚਾਂਸ ਤਰੀਕੇ ਹੈਗੇ ਆ, ਜਿੱਦਾਂ ਕਿ ਤੁਸੀਂ ਕਾਰਡ ਯੂਜ਼ ਕਰਨਾ ਆ। ਲੈਟਸ ਸੇ ਤੁਹਾਡੀ ਕਥਾ ਰਿਸ਼ਤਕ 10,000 ਦੀ ਆ ਅਤੇ ਤੁਸੀਂ 3,500 ਤੋਂ ਲੈ ਕੇ 4,000 ਯੂਰੋ ਤੱਕ ਦਾ ਕਾਰਡ ਯੂਜ਼ ਕਰਨਾ ਆ, यानी शॉपिंग करनी। सिंपल बात है कि 100 पिछे किन्ने पैसे तुसा कार्ड के थ्रू हर, यानी 100 यूरो अगर बंदा कमांदा है तो 100 ਚ किन्ने पैसे लाने? 100 ਦੇ ਵਿੱਚੋਂ 35 ਤੋਂ 40। यानी अगर एक महीने ਚ ਬੰਦਾ 1,000 ਯੂਰੋ ਸੈਲਰੀ ਲੈਂਦਾ ਤੇ ਉਸ ਹਿਸਾਬ ਨਾਲ ਉਹਨੇ ਪੈਸੇ ਲਾਣੇ ਨੇ ਮਹੀਨੇ ਦੇ। ਜੀ, ਉਹਨਾਂ ਨੂੰ ਖਰਚ ਕਰਨੇ ਪੈਣੇ ਆ 300-350 ਯੂਰੋ ਖਰਚ ਕਰਨਾ ਪੈਣਾ ਕਾਰਡ ਦੇ ਜ਼ਰੀਏ। ਜੀ ਬਿਲਕੁਲ। ਅੱਛਾ, ਤੇ ਜਿਨ ਉਹ ਵੀ ਇਸ ਤਰ੍ਹਾਂ ਦੀ ਵੀ ਤੇ ਹੈ ਨੇ ਨਾ ਕਿ ਜਿਹੜੇ ਦਿਲੋਂ ਸੀ ਕਰਵਾਉਂਦੇ ਨੇ ਤੇ ਪੈਸੇ ਲੈਣੇ ਆਉਂਦੇ ਨੇ ਫੋਰੀਆ ਦੀ ਤਰਫੋਂ, ਉਹ ਕੀ ਸੀ ਨੇ? ਉਹ ਇੱਦਾਂ ਹੁੰਦਾ ਆ ਕਿ ਜਿੱਥੋਂ ਤੁਸੀਂ ਕੰਮ ਕਰਦੇ ਨਾ, ਕਈ ਵਾਰੀ ਉਹ ਤੁਹਾਡਾ ਟੈਕਸ ਜਦੋਂ ਭਰਦੇ ਆ ਨਾ, ਉਹਦੇ ਵਿੱਚ ਕੋਡ ਹੁੰਦੇ ਆ, ਉਹਦੇ ਵਿੱਚ ਉਹਨੂੰ ਫੋਰੋਕਰਾਤਸੀ ਉਹ ਤੁਹਾਡੀ ਪਹਿਲਾਂ ਹੀ ਹੋਈ ਹੁੰਦੀ ਹੈ। ਕਈਆਂ ਦੀ ਪਹਿਲਾਂ ਹੋਈ ਹੁੰਦੀ ਆ, ਕਈਆਂ ਦੀ ਨਹੀਂ ਹੁੰਦੀ। ਜਿਨ੍ਹਾਂ ਦੀ ਫੋਰੋਕਰਾਤਸੀ ਹੋਈ ਹੁੰਦੀ ਆ ਉਹਨਾਂ ਦਾ ਤਾਂ ਫੋਰੋ ਪਹਿਲਾਂ ਹੀ ਚਲਾ ਗਿਆ। ਫਿਰ ਜਦੋਂ ਉਹਨਾਂ ਦੀ ਕਥਾ ਰਿਸ਼ਤਕੋ ਹੁੰਦੀ ਆ ਅਤੇ ਜਿਹੜਾ ਉਹਨਾਂ ਦਾ ਫੋਰੋ ਹੁਣ ਉਹਨਾਂ ਨੇ ਲੈਣਾ ਉਹ ਤਾਂ ਉਹਨਾਂ ਨੂੰ ਪਹਿਲਾਂ ਹੀ ਚਲਾ ਗਿਆ ਹੁੰਦਾ ਹੈ। ਜਿੱਦਾਂ ਕਹਿ ਲਓ ਕਿ ਕਿਸ਼ਤਾਂ ਦੇ ਵਿੱਚ ਚਲਾ ਗਿਆ। ਲੈਟਸ ਸੇ ਕਿਸੇ ਨੂੰ 500 ਯੂਰੋ 600 ਯੂਰੋ ਪਿਆ ਉਹਨੂੰ ਸਾਲ ਦਾ ਫੋਰੋ ਪਿਆ, ਪਰ ਉਹਦੀ ਫੋਰੋਕਰਾਤਸੀ ਪਹਿਲਾਂ ਹੀ ਹੋ ਗਈ ਹੈ 50 ਯੂਰੋ ਕਰਕੇ ਜਾਂ 40 ਯੂਰੋ ਕਰਕੇ, ਤਾਂ ਫਿਰ ਉਹਦਾ ਤਾਂ ਪਹਿਲਾਂ ਹੀ ਚਲਾ ਗਿਆ, ਉਹਨੂੰ ਤਾਂ ਫਿਰ ਵਾਪਸ ਮਿਲਣੇ ਹੀ ਮਿਲਣੇ। ਯਾਨੀ ਇਹ ਮਾਲਕਾਂ 'ਤੇ ਡਿਪੈਂਡ ਹੁੰਦਾ, ਕੋਈ ਪਹਿਲਾਂ ਹੀ ਫਿਕਸ ਕਰਦੇ ਨੇ ਕਿ ਇੰਨੀ ਕੁ ਅਸਾਂ ਦੀ ਸਾਲ ਦੀ ਯਾਨੀ ਪੇਮੈਂਟ ਅਸਾਂ ਦੇ ਦੇਣੀ ਹੈ ਫੋਰੋ। ਇਹ ਜਿਹੜਾ ਉਹਨਾਂ ਦਾ ਅਕਾਊਂਟੈਂਟ ਹੁੰਦਾ ਨਾ, ਉਹ ਦੇਖਦਾ ਆ। ਕਈ ਵਾਰੀ ਉਹ ਤੁਹਾਡੀ ਫੋਰੋਕਰਾਤਸੀ ਉਹ ਕੋਡ ਲਾਉਂਦਾ ਆ, ਕਈ ਵਾਰੀ ਨਹੀਂ ਲੱਗਦਾ। ਹੁਣ ਜਿਨ੍ਹਾਂ ਦਾ ਫੋਰੋਕਰਾਤਸੀ ਦਾ ਲੱਗ ਗਿਆ ਉਹਨਾਂ ਦੇ ਤਾਂ ਪਹਿਲਾਂ ਹੀ ਕੱਟ ਹੋਣ ਲੱਗ ਪੈਂਦੇ, ਫਿਰ ਉਹਨਾਂ ਨੂੰ ਤਨਖਾਹ ਥੋੜ੍ਹੀ ਘੱਟ ਹੋ ਜਾਣੀ ਹੈ। ਉਹ ਤਾਂ ਇੱਕੋ ਹੀ ਗੱਲ ਹੋ ਗਈ, ਚਾਹੇ ਤੁਸੀਂ ਕੰਨ ਨੂੰ ਇੱਦਾਂ ਫੜ ਲਓ ਚਾਹੇ ਇੱਦਾਂ ਫੜ ਲਓ, ਇਟਸ ਅ ਸੇਮ ਥਿੰਗ। ਓਕੇ, ਚਾਹੇ ਤੁਸੀਂ ਮਹੀਨੇ ਦੇ ਥੋੜ੍ਹੇ ਕਰਕੇ ਦੇ ਦਿਓ, ਚਾਹੇ ਸਾਲ ਦੇ ਇਕੱਠੇ ਕਰਕੇ ਦੇ ਦਿਓ, ਦੈਟ ਇਜ਼ ਨੋ ਪ੍ਰੋਬਲਮ। ਪਰ ਉਹ ਫੋਰੋ ਪੈਣਾ ਹੀ ਪੈਣਾ ਆ। ਜਦੋਂ ਤੁਸੀਂ ਕੰਮ ਕਰਦੇ ਆ ਤੁਹਾਨੂੰ ਟੈਕਸ ਪੈਣਾ ਹੀ ਪੈਣਾ ਆ। ਇਹ ਗ੍ਰੀਕੀਆਂ ਨੂੰ ਇਸ ਗੱਲ ਦੀ ਜ਼ਿਆਦਾ ਸਮਝ ਆ, ਸਾਡੇ ਭੈਣ ਭਰਾਵਾਂ ਨੂੰ ਥੋੜ੍ਹੀ ਘੱਟ ਇਹਦੇ ਬਾਰੇ ਨੌਲੇਜ। ਕੋਸ਼ਿਸ਼ ਜਾਰੀ ਰੱਖਦੇ ਹਾਂ, ਪਤਾ ਤਾਂ ਹੋਣਾ ਚਾਹੀਦਾ ਨਾ ਹਰ ਬੰਦੇ ਨੂੰ ਥੋੜ੍ਹਾ ਬਹੁਤਾ, ਚਲੋ ਜੁਰਮਾਨਿਆਂ ਤੋਂ ਬੰਦਾ ਬਚਦਾ ਹੈ। ਜੀ ਬਿਲਕੁਲ। ਕੀ ਕਹਿੰਦੇ ਆ, ਇਹ ਹੁਣ ਸਾਰੇ ਭੈਣ ਭਰਾ ਮੈਨੂੰ ਜਿਨ੍ਹਾਂ ਨੂੰ ਹੁਣ ਫੋਰੋ ਪੈਣ ਡਿਆ ਆ ਅਤੇ ਉਹ ਮੈਨੂੰ ਕਹਿੰਦੇ ਭਾਅ ਜੀ ਅਸੀਂ ਤਾਂ ਕਾਰਡ ਯੂਜ਼ ਕੀਤਾ ਸੀਗਾ। ਡੀਅਰ, ਤੁਹਾਡੀ ਫੋਰੋਕਰਾਤਸੀ ਨਹੀਂ ਹੋਈ। ਅਗਰ ਤੁਹਾਡੀ ਫੋਰੋਕਰਾਤਸੀ ਨਹੀਂ ਹੋਈ ਤਾਂ ਤੁਹਾਨੂੰ ਫੋਰੋ ਪੈਣਾ ਹੀ ਪੈਣਾ। ਮਤਲਬ ਉਹ ਤਾਂ ਪਿਆ ਹੀ ਆ, ਪਹਿਲਾਂ ਹੀ ਪਿਆ ਆ, ਪਰ ਉਹਦੀ ਕਰਾਤਸੀ ਹੋ ਚੁੱਕੀ ਆ ਜਾਂ ਹੁਣ ਤੁਸੀਂ ਆਪ ਦੇਣਾ, ਇਟਸ ਅ ਸੇਮ ਥਿੰਗ। ਅੱਛਾ, ਇਹਦੇ ਵਿੱਚ ਜਿਹੜੀ ਦਿਲੋਂ ਸੀ, ਇਹ ਇੱਕ ਹੋਰ ਮੇਰਾ ਸਵਾਲ ਮੇਰੇ ਜ਼ਿਹਨ 'ਚ ਆਇਆ ਕਿ ਫਾਰ ਐਗਜ਼ਾਮਪਲ ਕਾਰਡ 'ਤੇ ਤੁਸੀਂ ਪੈਸੇ ਸਾਲ ਦਾ ਤੁਸੀਂ 3,000 ਯੂਰੋ ਇੱਥੇ ਇਸਤੇਮਾਲ ਕਰਨਾ ਕਾਰਡ ਬਾਏ ਕਾਰਡ। ਅਗਰ ਤੁਸੀਂ ਉਹ 5 ਤੋਂ 6,000 ਯੂਰੋ ਯੂਜ਼ ਕਰਦੇ ਹੋ ਕਾਰਡ ਦੇ ਥਰੂ, ਕਿਆ ਤੁਹਾਨੂੰ ਉਹ 2,000 ਉਤਲਾ ਜਿਹੜਾ ਤੁਸੀਂ 3,000 ਤੋਂ ਜ਼ਿਆਦਾ ਇਸਤੇਮਾਲ ਕਰਦੇ ਹੋ ਲੈਣੇ ਆਣਗੇ ਵਾਪਸ? ਨਹੀਂ, 2,000 ਨਹੀਂ ਵਾਪਸ ਆਉਣਾ ਤੁਹਾਨੂੰ। ਹਾਂ, ਕੁਛ ਐਪੀਸਟ੍ਰੋਫੀ ਆ ਸਕਦੀ ਹੈ, ਮਤਲਬ ਵਾਪਸ ਵੀ ਮਿਲਦੇ ਆ ਲੋਕਾਂ ਨੂੰ ਪੈਸੇ। ਹਾਂਜੀ, ਇਟਸ ਡਿਪੈਂਡ ਔਨ
ਜੇ ਤਾਂ ਤੁਸੀਂ ਇਕੱਲੇ ਆ ਨਾ ਫਿਰ ਬਹੁਤ ਘੱਟ ਚਾਂਸ ਆ। ਤੁਹਾਡੀ ਵਾਈਫ ਹੋਏ, ਤੁਹਾਡੇ ਬੱਚੇ ਹੋਣ, ਫਿਰ ਉਹ ਥੋੜ੍ਹੇ ਵੱਧ ਜਾਂਦੇ। ਇਹਦੇ ਬਾਰੇ ਮੈਨੂੰ ਉਹਨੇ ਅਕਾਊਂਟੈਂਟ ਨੇ ਭੇਜੇ ਆ, 3 ਪੇਜ ਭੇਜੇ ਆ, ਅਤੇ ਉਹਨਾਂ ਨੂੰ ਮੈਂ ਵਧੀਆ ਢੰਗ ਦੇ ਨਾਲ ਸੋਚ ਕੇ ਨਾ ਇੱਕ ਨਿੱਕੀ ਜਿਹੀ ਵੀਡੀਓ ਬਣਾਊਂਗਾ ਕਿ ਵੀ ਇੰਨੇ % ਫੋਰੋ ਪੈਣਾ ਆ, ਅਤੇ ਇਹ ਚੀਜ਼ ਦੇ ਬਾਰੇ ਤੁਸੀਂ ਪਹਿਲਾਂ ਹੀ ਰੈਡੀ ਰਹੋ। ਮਤਲਬ ਤੁਹਾਨੂੰ ਪਹਿਲਾਂ ਹੀ ਪਤਾ ਹੋਣਾ ਚਾਹੀਦਾ। ਜਦੋਂ ਇੱਕ ਬੰਦੇ ਨੂੰ ਪਹਿਲਾਂ ਹੀ ਪਤਾ ਆ ਕਿ ਯਾਰ ਇੰਨਾ ਕੁ ਪੈਣਾ ਹੀ ਆ, ਤਾਂ ਇਹ ਚੁੱਕ ਕੇ ਬੰਦਾ ਰੈਡੀ ਰਹਿੰਦਾ ਫਿਰ ਉਹਦੇ ਨਾਲ। ਤੇ ਅੱਛਾ, ਜਿਹੜੇ ਕੋਈ ਦਿਲੋਂ ਅਸੀਂ ਕਰਵਾਉਣਾ ਚਾਹਣ ਤੁਹਾਡੇ ਥਰੂ, ਤੇ ਉਹਨਾਂ ਨੂੰ ਤੁਹਾਡੇ ਦਫ਼ਤਰ 'ਚ ਆਉਣ ਦੀ ਵੀ ਜ਼ਰੂਰਤ ਨਹੀਂ ਹੈ, ਸਿਰਫ ਤੁਹਾਡੇ ਨਾਲ ਆਨਲਾਈਨ ਰਾਬਤਾ ਕਰਨ ਤੁਸੀਂ ਉਹਨਾਂ ਦੀ ਦਿਲੋਂ ਅਸੀਂ ਕਰਵਾ ਦਿਓ? ਜੀ ਬਿਲਕੁਲ। ਤੁਸੀਂ ਕੀ ਕਹਿੰਦੇ ਆ, ਮੈਂ ਬਹੁਤ ਵਾਰ ਸਾਰੇ ਭੈਣ ਭਰਾਵਾਂ ਨੂੰ ਕਹਿੰਦਾ ਹੁੰਦਾ ਕਿ ਸਭ ਤੋਂ ਕੀਮਤੀ ਚੀਜ਼ ਹੁੰਦੀ ਹੈ ਟਾਈਮ, ਠੀਕ ਆ। ਅਤੇ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਟਾਈਮ ਬਚੇ। ਤੁਹਾਨੂੰ ਕੀ ਕਹਿੰਦੇ ਆ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਆਪਣੇ ਘਰੋਂ ਤਿਆਰ ਹੋ ਕੇ ਕਿਤੇ ਜਾਓ। ਤੁਸੀਂ ਜਸਟ ਸਾਡੇ ਨਾਲ ਕੰਟੈਕਟ ਕਰੋ, ਤਾਂ ਅਸੀਂ ਤੁਹਾਡੇ ਨਾਲ ਕੰਟੈਕਟ ਕਰਾਂਗੇ। ਉਸ ਤੋਂ ਬਾਅਦ 'ਚੋਂ ਤੁਹਾਡੀ ਦਿਲੋਂ ਸੀ ਤਾਂ ਔਨਲਾਈਨ ਹੀ ਹੋਣੀ ਹੈ, ਅਤੇ ਉਹਦੀ PDF ਤੁਹਾਨੂੰ ਔਨਲਾਈਨ ਹੀ ਤੁਹਾਡੀ ਈਮੇਲ ਵਿੱਚ ਜਾਂ ਤੁਹਾਡੇ WhatsApp ਦੇ ਵਿੱਚ ਤੁਹਾਨੂੰ ਆ ਜਾਊਗੀ। ਅਤੇ ਉਹ ਤੁਸੀਂ ਸਾਨੂੰ ਪੇਮੈਂਟ ਸਾਡੇ ਕਾਰਡ ਦੇ ਵਿੱਚ ਕਰ ਸਕਦੇ ਆ, ਆਇਰਿਸ ਕਰ ਸਕਦੇ ਆ। ਸਾਡੇ ਕੋਲ 4-5 ਬੈਂਕਾਂ ਦੇ ਅਕਾਊਂਟ ਨੰਬਰ ਹੈਗੇ ਆ, ਤੁਸੀਂ ਜਿਹੜਾ ਮਰਜ਼ੀ ਲੈ ਲੈਂ। ਜਿਹੜੀ ਤੁਹਾਡੀ ਸੇਮ ਬੈਂਕ ਆ, ਤੁਸੀਂ ਉਹ ਅਕਾਊਂਟ ਲੈ ਕੇ ਤਾਂ ਮੈਤਾਫੋਰਾ ਕਰ ਸਕਦੇ ਆ। ਦੇਰ ਇਜ਼ ਨੋ ਪ੍ਰੋਬਲਮ। ਲਓ ਜੀ, ਭਾਈ ਚੰਚਲ ਸੋਢੀ ਸਾਹਿਬ ਨੇ ਇੱਕ ਬਹੁਤ ਜ਼ਿਆਦਾ ਅੱਛੀ ਇਹ ਵੀ ਬਾਤ ਕਰ ਦਿੱਤੀ ਹੈ ਕਿ ਤੁਹਾਡਾ ਟਾਈਮ ਹੀ ਬੜੀ ਅੱਛੀ ਕੀਮਤੀ ਚੀਜ਼ ਹੈ ਹਰ ਬੰਦੇ ਵਾਸਤੇ। ਕਿਉਂਕਿ ਅਗਰ ਤੁਸੀਂ ਦਿਲੋਂ ਸੀ ਕਰਵਾਉਣ ਵਾਸਤੇ ਵੀ ਜਾਂਦੇ ਹੋ ਨਾ, ਤੇ ਹੁਣ ਮੇਰੇ ਖਿਆਲ ਨਾਲ ਹਰ ਦਫ਼ਤਰ 'ਚ ਬਹੁਤ ਜ਼ਿਆਦਾ ਰਸ਼ ਹੈ, ਟਾਈਮ ਵੀ ਤੁਹਾਡਾ ਬਚਦਾ ਹੈ। ਤੁਸੀਂ ਅਗਰ ਆਨਲਾਈਨ ਇਹਨਾਂ ਕੋਲ ਕਰਵਾਉਂਦੇ ਹੋ, ਤੁਸੀਂ ਜਜ਼ੀਰੇ 'ਚ ਹੋ, ਕਿਸੇ ਪਿੰਡ 'ਚ ਰਹਿੰਦੇ ਹੋ, ਤੁਸੀਂ ਦਿਲੋਂ ਸੀ ਕਰਵਾਉਣ ਵਾਸਤੇ ਨਹੀਂ ਜਾ ਸਕਦੇ, ਤੁਸੀਂ ਆਨਲਾਈਨ ਹੀ ਰਾਬਤਾ ਕਰਨਾ ਹੈ। ਜਿਹੜੇ ਉਹਨਾਂ ਦੀ ਫੀਸ ਹੋਣੀ ਹੈ ਤੁਸੀਂ ਅਕਾਊਂਟ ਦੇ ਜ਼ਰੀਏ ਉਹਨਾਂ ਨੂੰ ਸੈਂਡ ਕਰ ਦੇਣੀ, ਅਤੇ ਤੁਹਾਡੀ ਦਿਲੋਂ ਸੀ ਹੋ ਜਾਣੀ ਹੈ, ਤੁਹਾਨੂੰ ਉਹਨਾਂ ਸੈਂਡ ਕਰ ਦੇਣੀ ਹੈ। ਤੁਸੀਂ ਕਿਸੇ ਟਾਈਮ ਜਾ ਕੇ ਫੋਟੋਕਾਪੀ ਕਢਵਾ ਸਕਦੇ ਹੋ ਪੇਪਰ, ਅਗਰ ਤੁਹਾਨੂੰ ਚਾਹੀਦੇ ਹੋਣ ਤੇ। ਅੱਛਾ, ਇਸ ਹਵਾਲੇ ਨਾਲ ਇੱਕ ਹੋਰ ਸਵਾਲ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਪੇਪਰ ਤੁਸੀਂ ਸਬਮਿਟ ਕਰਦੇ ਹੋ ਰੀਨਿਊਅਲ ਵਾਸਤੇ, ਅਤੇ ਉਹਦੀ ਕੀ ਸਰਵਿਸਿਜ਼ ਹੈ ਉਹ, ਯਾਨੀ ਕੋਈ ਕਿਸ ਤਰ੍ਹਾਂ ਰੱਦੇਬੂ ਬੰਦੇ ਲੈਂਦੇ ਨੇ, ਜਾਂ ਕਿਸ ਤਰੀਕੇ ਨਾਲ ਤੁਹਾਡੇ ਨਾਲ ਵੀ ਰਾਬਤਾ ਕਰਨ, ਉਹਨਾਂ ਵੀ ਸੇਮ ਲਿੰਕ 'ਤੇ ਜਾ ਕੇ ਤੁਹਾਡੇ ਨਾਲ ਰਾਬਤਾ ਕਰਨਾ? ਜੀ ਬਿਲਕੁਲ। ਬਹੁਤ ਸਾਰੇ, ਜਿੱਦਾਂ ਮੈਂ ਪਹਿਲਾਂ ਦੱਸ ਕੇ ਹਟਿਆ, ਮੇਰੇ ਕੋਲ ਅਰਾਊਂਡ 3000 ਕੰਟੈਕਟ ਹੈਗੇ ਮੇਰੇ ਫ਼ੋਨ ਦੇ ਵਿੱਚ, ਜਿਹੜੇ ਮੇਰੇ ਨਾਲ ਗੱਲਬਾਤ ਕਰਦੇ ਰਹਿੰਦੇ ਆ। ਉਹ ਤਾਂ ਬਾਈ ਫੋਨ ਹੀ ਕਰੀ ਜਾਣ। ਮੈਂ ਇਹ ਨਹੀਂ ਹੈਗਾ ਕਿ ਫ਼ੋਨ ਨੰਬਰ ਨਹੀਂ ਦੇਣਾ, ਤੁਸੀਂ ਈਮੇਲ ਦੇ ਵਿੱਚ ਮੇਰੇ ਕੋਲੋਂ ਨੰਬਰ ਮੰਗ ਲਓ, ਮੈਂ ਨੰਬਰ ਦੇ ਦੇਣਾ। ਨੰਬਰ ਉਹਨੇ ਹੀ ਮੰਗਣਾ ਆ ਜਿੰਨੇ ਕੰਮ ਕਰਵਾਉਣਾ ਹੈ। ਇਹ ਮੈਂ ਪਹਿਲਾਂ ਹੀ ਬਾਤ ਮੈਂਸ਼ਨ ਕਰ ਦਿੱਤੀ ਹੈ ਕਿ ਅਸਲ 'ਚ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਸੀਰੀਅਸ ਪਰਸਨ ਨੇ, ਵਾਕਈ ਤਾਂ ਜਿਹੜੇ ਇੰਟਰਸਟਿਡ ਨੇ ਵੀਜ਼ੇ ਦੇ ਹਵਾਲੇ ਨਾਲ, ਕੋਈ ਤੁਹਾਡੇ ਕੋਲ ਕੋਈ ਸਰਵਿਸ ਲੈਣਾ ਚਾਹੁੰਦੇ ਨੇ ਕਿਸੇ ਵੀ ਜਿਹੜੀ ਤੁਸੀਂ ਕੰਮ ਕਰਦੇ ਹੋ, ਅਤੇ ਉਹੀ ਤੁਹਾਡੇ ਨਾਲ ਰਾਬਤੇ 'ਚ ਆ। ਜੀ, ਜਦੋਂ ਕੋਈ ਬੰਦਾ ਈਮੇਲ ਕਰਦਾ ਨਾ, ਉਹਦਾ ਮਤਲਬ ਹੁੰਦਾ ਹੈ ਕਿ ਯਾਰ ਉਹ ਇੰਟਰਸਟਿਡ ਹੈਗਾ ਆ, ਤਾਂ ਫਿਰ ਸਾਡਾ ਵੀ ਦਿਲ ਕਰਦਾ ਕਿ ਉਹਨੂੰ ਜਿਹੜੀ ਵੀ ਇਨਫੋਰਮੇਸ਼ਨ ਨੂੰ ਮੰਗਦਾ ਉਹਨੂੰ ਪ੍ਰੋਵਾਈਡ ਕਰੀਏ। ਜ਼ਬਰਦਸਤ ਹੋ ਗਿਆ। ਅੱਛਾ, ਅਤੇ ਕੈਨੇਡਾ ਦੇ ਵੀਜ਼ੇ ਦੇ ਹਵਾਲੇ ਨਾਲ ਕਿਹੜੇ ਡਾਕੂਮੈਂਟਸ ਰਿਕਵਾਇਰਡ ਨੇ? ਕੈਨੇਡਾ ਦੇ ਵੀਜ਼ੇ ਵਾਸਤੇ ਵੀ ਉਹੀ ਡਾਕੂਮੈਂਟ ਚਾਹੀਦੇ ਆ, ਅਤੇ ਉਹ ਵਿੱਚੋਂ ਮੇਰੇ ਕੋਲ ਗੱਲ ਭੁੱਲ ਗਈ ਪਹਿਲਾਂ ਕਿ ਕਿੰਨਾ ਬੈਲੈਂਸ ਚਾਹੀਦਾ। ਇੰਗਲੈਂਡ ਵਾਸਤੇ ਆਪਾਂ ਨੂੰ 3500 ਯੂਰੋ ਦੇ ਕਰੀਬ ਹੋਣਾ ਚਾਹੀਦਾ ਆ, ਅਤੇ ਕੈਨੇਡਾ ਵਾਸਤੇ ਕੋਈ 6000 ਯੂਰੋ ਹੋਣਾ ਚਾਹੀਦਾ ਇੱਕ ਅਕਾਊਂਟ ਦੇ ਵਿੱਚ, ਇੱਕ ਬੰਦੇ ਤੋਂ। ਮੈਂ ਕੈਨੇਡਾ ਦੇ ਹਵਾਲੇ ਨਾਲ ਹੁਣ ਗੱਲ ਸਟਾਰਟ ਕੀਤੀ ਹੈ ਕਿ ਪਹਿਲਾਂ UK ਦੇ ਹਵਾਲੇ ਨਾਲ ਟੋਟਲ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਗਈ ਹੈ, ਅਤੇ ਹੁਣ ਕੈਨੇਡਾ ਦੇ ਹਵਾਲੇ ਨਾਲ। ਅੱਛਾ, ਕੈਨੇਡਾ ਦੇ ਹਵਾਲੇ ਨਾਲ ਕਿਹੜੇ ਡਾਕੂਮੈਂਟ ਚਾਹੀਦੇ ਨੇ, ਕਿੰਨੇ ਵੈਲਿਡ ਹੋਣੇ ਚਾਹੀਦੇ ਨੇ, ਥੋੜ੍ਹਾ ਤਫਸੀਲਾਂ ਦੱਸ ਦਿਓ ਜੀ। ਜਿੱਦਾਂ ਕਿ ਪਹਿਲਾਂ ਦੱਸ ਕੇ ਹਟੇ, ਜਿੱਦਾਂ UK ਵਾਸਤੇ ਚਾਹੀਦੇ, ਉੱਦਾਂ ਹੀ ਕੈਨੇਡਾ ਵਾਸਤੇ ਚਾਹੀਦੇ ਆ, ਜਿਹਦੇ ਵਿੱਚ ਕਿ ਤੁਹਾਡਾ ਪਾਸਪੋਰਟ ਆ, ਤੁਹਾਡੀ ਆਦੀਆ ਪਾਰਾਮੋਨੀ, ਘਰ ਦਾ ਪ੍ਰੂਫ ਸਿੰਬੋਲੀਓ ਵੀ ਹੋ ਸਕਦਾ ਆ, ਪਿਫਤਨੀ ਦਿਲੋਸੀ ਵੀ ਹੋ ਸਕਦੀ ਆ। ਜੇ ਕਿਸੇ ਕੋਈ ਦੋਨੇ ਚੀਜ਼ਾਂ ਹੈ ਨਹੀਂ, ਤਾਂ ਜਿਹੜਾ ਮਾਲਕ ਦਾ NOC ਲੈਟਰ ਆ, ਉਹਦੇ ਵਿੱਚ ਹੀ ਲਿਖਿਆ ਜਾ ਸਕਦਾ ਆ ਕਿ ਵੀ ਮਾਲਕ ਨਹੀਂ ਰਹਿਣ ਦੀ ਜਗ੍ਹਾ ਦਿੱਤੀ ਹੋਈ ਆ, ਅਤੇ ਲਾਸਟ ਕਥਾ ਕੋ ਚਾਹੀਦੀ ਆ, ਅਤੇ ਲਾਸਟ 4 ਮੰਥ ਦੀ ਆਪਾਂ ਨੂੰ ਬੈਂਕ ਸਟੇਟਮੈਂਟ ਚਾਹੀਦੀ ਆ, ਜਿਹਦੇ ਵਿੱਚ ਮਾਲਕ ਵੱਲੋਂ ਹੀ ਪੈਸੇ ਪੈਂਦੇ ਹੋਣੇ ਚਾਹੀਦੇ ਆ, ਆਪ ਨਹੀਂ ਪਵਾਉਣੇ ਉਹਦੇ ਵਿੱਚ, ਨਾ ਹੀ ਆਪਣੇ ਕਿਸੇ ਫਰੈਂਡ ਨੂੰ ਕਹਿਣਾ ਕਿ ਉਹਦੇ ਵਿੱਚ ਪਾ ਦਿਓ। ਅਤੇ ਕੈਨੇਡਾ ਵਾਸਤੇ ਕਿੰਨੀ ਸਟੇਟਮੈਂਟ, ਅਤੇ UK ਵਾਸਤੇ ਕਿੰਨੀ ਸਟੇਟਮੈਂਟ ਮੈਕਸੀਮਮ ਹੋਣੀ ਚਾਹੀਦੀ ਹੈ? 4 ਮਹੀਨੇ। ਇੰਗਲੈਂਡ ਵਾਸਤੇ ਆਪਾਂ ਨੂੰ ਚਾਹੀਦੀ ਆ 3500 ਯੂਰੋ ਦੀ, ਅਤੇ ਕੈਨੇਡਾ ਵਾਸਤੇ 6500 ਯੂਰੋ ਦੀ, ਯਾਨੀ ਕਿ 4 ਮੰਥ ਦੀ, 4 ਮੰਥ। ਹਾਂਜੀ, 4 ਮੰਥ ਦੀ ਹੋ ਜਾਵੇ, 6 ਮੰਥ ਦੀ ਹੋ ਜਾਵੇ, ਦੇਰ ਇਜ਼ ਨੋ ਪ੍ਰੋਬਲਮ। ਪਰ ਅਕਾਊਂਟ ਦੇ ਵਿੱਚ ਕੈਨੇਡਾ ਵਾਸਤੇ 6500 ਯੂਰੋ ਹੋਣਾ ਚਾਹੀਦਾ। ਜਿਸ ਦਿਨ ਤੁਸੀਂ ਐਪਲੀਕੇਸ਼ਨ ਯਾਨੀ ਸਬਮਿਟ ਕਰਨੀ ਉਸ ਟਾਈਮ 6000 ਯੂਰੋ ਹੋਣਾ ਚਾਹੀਦਾ ਸੀ? ਜੀ ਬਿਲਕੁਲ, ਉਦੋਂ ਹੋਣਾ ਚਾਹੀਦਾ। ਅੱਛਾ, ਸਿੰਪਲ ਬਾਤ ਹੈ, ਥੋੜ੍ਹਾ ਜਿਹਾ ਸਮਝਾ ਦੇਣਾ। ਬੜੇ ਸਾਰੇ ਸਾਦੇ ਸਾਡੇ ਵੀਰ ਭਰਾ ਨੇ ਫਿਰ ਦੁਬਾਰਾ ਤੋਂ ਮੈਸੇਜ ਕਰਦੇ ਨੇ ਕਿ ਅਗਰ UK ਦਾ ਵੀਜ਼ਾ ਅਪਲਾਈ ਕਰਨਾ ਹੈ, ਤਕਰੀਬਨ ਤੁਹਾਡੇ ਅਕਾਊਂਟ 'ਚ 3500 ਯੂਰੋ ਹੋਣਾ ਚਾਹੀਦਾ 4 ਮੰਥ ਦੇ ਅੰਦਰ। ਜਿਸ ਦਿਨ ਤੁਸੀਂ ਐਪਲੀਕੇਸ਼ਨ ਕਰਨੀ ਉਸ ਦਿਨ
ਬਾਕੀ ਜਿਹੜੇ ਤੁਸੀਂ ਯੂਜ਼ ਕਰਨੇ ਨੇ ਪੈਸੇ ਕਾਰਡ ਦੇ ਥਰੂ ਉਹ ਵੈਸੇ ਹੀ ਸਟੇਟਮੈਂਟ ਦੇ ਵਿੱਚ ਹੋ ਜਾਣੇ ਨੇ। ਔਰ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਵਾਸਤੇ 4 ਜਾਂ 6 ਮਾਹ ਦੇ ਅੰਦਰ ਮੈਕਸਿਮਮ ਤੁਹਾਡੇ ਕੋਲ 6000 ਯੂਰੋ ਸੇਵ ਹੋਣਾ ਚਾਹੀਦਾ ਹੈ ਜਿਸ ਦਿਨ ਤੁਸੀਂ ਐਪਲੀਕੇਸ਼ਨ ਦਾਇਰ ਕਰਨੀ ਹੈ। ਅੱਛਾ, ਤੇ ਯੂਕੇ ਦਾ ਔਰ ਕੈਨੇਡਾ ਦਾ ਵੀਜ਼ਾ ਜਦੋਂ ਅਪਲਾਈ ਬੰਦੇ ਕਰਦੇ ਨੇ, ਯਾਨੀ ਤੁਸੀਂ ਅਪਲਾਈ ਕਰਦੇ ਹੋ ਆਨਲਾਈਨ, ਤੇ ਇਹਦਾ ਕੋਈ ਇੰਟਰਵਿਊ ਵੀ ਆਉਂਦਾ ਜਾਂ ਨਹੀਂ ਆਉਂਦਾ? ਨਹੀਂ ਜੀ, ਇਹਦੀ ਕੋਈ ਇੰਟਰਵਿਊ ਨਹੀਂ ਹੋਣੀ। ਸਿਰਫ ਜਿੱਦਾਂ ਪੰਜਾਬੀ 'ਚ ਆਪਾਂ ਕਹਿੰਦੇ ਹੁੰਦੇ ਨਾ ਕਿ ਬੰਦਾ ਨਹੀਂ ਬੋਲਦਾ, ਬੰਦੇ ਦੇ ਕੰਮ ਬੋਲਦੇ ਆ, ਇੱਦਾਂ ਹੀ ਤੁਹਾਡੀ ਇੰਟਰਵਿਊ ਨਹੀਂ ਹੋਣੀ, ਤੁਹਾਡੇ ਪੇਪਰ ਬੋਲਣੇ ਉੱਥੇ। ਜਦੋਂ ਤੁਸੀਂ ਇੱਥੇ ਟਾਵਰਸ ਦੇ ਵਿੱਚ ਉਹਨਾਂ ਦਾ ਦਫ਼ਤਰ ਬਣ ਗਿਆ, ਪਹਿਲਾਂ ਕੈਨੇਡਾ ਵਾਸਤੇ ਹਲੰਦਰੀ ਸੀਗਾ ਜਿੱਥੇ ਫਿੰਗਰ ਲੈਂਦੇ ਸੀ, ਫੋਟੋ ਖਿੱਚਦੇ ਸੀਗੇ, ਪਰ ਉਹਨਾਂ ਨੇ ਇੱਕੋ ਹੀ ਬਿਲਡਿੰਗ ਦੇ ਵਿੱਚ ਉਹਨਾਂ ਨੇ ਕਰ ਦਿੱਤਾ ਹੈ ਜਿੱਥੇ ਸਿਰਫ ਤੁਹਾਡੇ ਫਿੰਗਰ ਹੋਣੇ ਆ ਅਤੇ ਤੁਹਾਡੀ ਫੋਟੋ ਖਿੱਚ ਹੋਣੀ ਆ ਅਤੇ ਤੁਹਾਡੇ ਕੋਲ ਉਹਨਾਂ ਨੇ ਪੇਪਰ ਲੈਣੇ ਆ ਯੂਕੇ ਪਰ ਉਹ ਪੇਪਰ ਤਾਂ ਸਾਰੇ ਹੁਣ ਔਨਲਾਈਨ ਹੀ ਚੱਲ ਜਾਂਦੇ ਆ, ਪਰ ਤੁਸੀਂ ਉੱਥੇ ਫਿੰਗਰਾਂ ਵਾਸਤੇ ਜਾਣਾ ਅਤੇ ਤੁਹਾਡੀ ਫੋਟੋ ਹੋਣੀ ਬਸ। ਤੇ ਫਿੰਗਰਾਂ ਵਾਸਤੇ ਕੋਈ ਟਾਈਮ ਲੇਟ ਆਉਂਦਾ ਜਾਂ ਜਿਸ ਟਾਈਮ ਤੁਸੀਂ ਆਨਲਾਈਨ ਸਬਮਿਟ ਕਰਦੇ ਹੋ ਤੇ 1-2-4 ਦਿਨ 'ਚ ਹੀ ਪ੍ਰੋਸੀਜਰ ਹੋ ਜਾਂਦਾ? ਜਿੱਦਣ ਯੂਕੇ ਵਾਸਤੇ ਜਿੱਦਣ ਫਾਈਲ ਕੰਪਲੀਟ ਹੁੰਦੀ ਆ ਅਤੇ ਸਾਰੇ ਪੇਪਰ ਟਰਾਂਸਲੇਟ ਹੋ ਕੇ ਮਿਲ ਜਾਂਦੇ ਸਾਨੂੰ, ਅਤੇ ਉਹ ਤੋਂ ਬਾਅਦ ਤਾਂ ਸਾਡੇ 'ਤੇ ਡਿਪੈਂਡ ਆ ਕਿ ਅਸੀਂ ਕਿੱਦਣ ਦੀ ਡੇਟ ਲੈਣੀ ਆ। ਹੁਣ ਕੋਈ ਮੇਰਾ ਭੈਣ ਭਰਾ ਕਹਿੰਦਾ ਕਿ ਭਾਅ ਜੀ ਤੁਸੀਂ ਮੈਨੂੰ ਸੋਮਵਾਰ ਦੀ ਅਪੋਇੰਟਮੈਂਟ ਲੈ ਕੇ ਦੇਣੀ ਆ, ਹੋਰ ਕਿਸੇ ਦਿਨ ਦੀ ਨਹੀਂ, ਕਿਉਂਕਿ ਮੈਨੂੰ ਛੁੱਟੀ ਉੱਦਣ ਹੀ ਹੁੰਦੀ ਆ। ਜਾਂ ਕੋਈ ਕਹਿੰਦਾ ਮੰਗਲਵਾਰ ਦੀ ਲੈ ਕੇ ਦਿਓ, ਕੋਈ ਕਹਿੰਦਾ ਸ਼ੁੱਕਰਵਾਰ ਦੀ ਲੈ ਕੇ ਦਿਓ। ਸੋ ਯੂਕੇ ਵਾਸਤੇ ਦੇਰ ਇਜ਼ ਨੋ ਪ੍ਰੋਬਲਮ, ਅਤੇ ਆਲਮੋਸਟ ਕੈਨੇਡਾ ਵਾਸਤੇ ਵੀ ਅਸੀਂ ਆਪਣੀ ਮਰਜ਼ੀ ਦੇ ਨਾਲ ਚੂਜ਼ ਕਰ ਸਕਦੇ ਹਾਂ ਅਪੋਇੰਟਮੈਂਟ। ਜਿੱਦਣ ਤੁਹਾਨੂੰ ਛੁੱਟੀ ਹੋਊਗੀ ਉਦਣ ਦੀ ਅਪੋਇੰਟਮੈਂਟ ਲੈ ਕੇ ਦੇਵਾਂਗੇ, ਜਾਂ ਜਿੱਦਣ ਤੁਹਾਡਾ ਮਾਲਕ ਤੁਹਾਨੂੰ ਇਜਾਜ਼ਤ ਦਿੰਦਾ ਉਦੋਂ ਹੀ ਤੁਸੀਂ ਜਾਓਗੇ। ਯਾਨੀ ਇੰਟਰਵਿਊ ਨਹੀਂ ਆਏਗਾ? ਨਹੀਂ, ਇੰਟਰਵਿਊ ਨਹੀਂ ਹੋਣੀ ਕੋਈ ਵੀ, ਉੱਥੇ ਸਿਰਫ ਤੁਹਾਡੇ ਕਾਗਜ਼ ਹੀ ਬੋਲਣੇ, ਨੰਬਰ ਹੀ ਬੋਲਦੇ ਬਸ ਉੱਥੇ। ਅੱਛਾ, ਤੇ ਭਾਈ ਚੰਚਲ ਸੋਢੀ ਸਾਹਿਬ ਯੂਨਾਨ 'ਚ ਕਿੰਨਾ ਅਰਸਾ ਗੁਜ਼ਾਰ ਦਿੱਤਾ ਹੈ? ਯੂਨਾਨ ਵਿੱਚ 1997 ਤੋਂ ਆ ਜੀ, 1997 ਤੋਂ। 1997 ਦੇ ਯੂਨਾਨ? ਜੀ ਜੀ ਜੀ। ਤੇ ਯੂਨਾਨ 'ਚ ਕੋਈ ਆਪਣਾ ਐਕਸਪੀਰੀਅੰਸ ਕੋਈ ਆਵਾਮ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਕਿ ਇੱਥੇ ਕਿਸ ਤਰੀਕੇ ਨਾਲ ਤੁਸੀਂ ਜ਼ਿੰਦਗੀ ਗੁਜ਼ਾਰੀ ਤੇ ਅੱਗੋਂ ਕਿਸ ਤਰੀਕੇ ਨਾਲ ਗੁਜ਼ਾਰਨੀ ਚਾਹੀਦੀ ਹੈ, ਔਰ ਯੂਨਾਨ ਦੇ ਲੋਕ ਕੈਸੇ ਨੇ? ਯੂਨਾਨ ਵਿੱਚ ਜ਼ਿੰਦਗੀ ਕਿੱਦਾਂ ਗੁਜ਼ਾਰਨੀ ਚਾਹੀਦੀ, ਮੈਂ ਨਾ ਇੱਕ ਤੁਸੀਂ ਮੈਨੂੰ ਦੁਬਾਰਾ ਫੇਰ ਸਵਾਲ ਪੁੱਛੇ, ਉਹਦੇ ਵਿੱਚ ਮੈਂ ਗੱਲ ਕਰਨੀ ਚਾਹੂੰਗਾ ਜਿਹੜਾ ਮੇਰੇ ਮਨ ਦੇ ਵਿੱਚ ਹਮੇਸ਼ਾ ਰਹਿੰਦਾ ਆ ਕਿ ਜਦੋਂ ਵੀ ਤੁਸੀਂ ਕਿਸੇ ਮੁਲਕ ਦੇ ਵਿੱਚ ਜਾਂਦੇ ਆ ਨਾ, ਜਾਂ ਉੱਥੇ ਜਾ ਕੇ ਤੁਸੀਂ ਰਹਿਣਾ ਆ, ਅਤੇ ਤੁਸੀਂ ਉੱਥੇ ਨਾ ਬੋਲੀ ਵੱਲ ਜ਼ਰੂਰ ਧਿਆਨ ਦੇ। ਮੈਂ ਇਹਦੇ ਬਾਰੇ ਵੀਡੀਓ ਬਣਾਉਣੀ ਆ, ਇੱਕ ਸਪੈਸ਼ਲ ਵੀਡੀਓ ਬਣਾਉਣੀ ਆ, ਅਤੇ ਅੱਜ ਤੁਹਾਡੇ ਮਾਧਿਅਮ ਰਾਹੀਂ ਦੱਸ ਦਈਏ ਭੈਣ ਭਰਾਵਾਂ ਨੂੰ ਕਿ ਜਦੋਂ ਤੁਸੀਂ ਬੋਲੀ ਵਧੀਆ ਬੋਲਦੇ ਆ ਨਾ, ਅਤੇ ਉਸ ਮੁਲਕ ਦੇ ਜਿਹੜੇ ਵਸਿੰਦੇ ਆ ਨਾ ਉਹ ਤੁਹਾਡੀ ਰਿਸਪੈਕਟ ਜ਼ਿਆਦਾ ਕਰਦੇ। ਉਹ ਕਹਿੰਦੇ ਕਿ ਤੁਸੀਂ ਧਿਆਨ ਦੇ ਰਹੇ ਇੱਥੇ, ਤੁਸੀਂ ਇਹ ਨਹੀਂ ਹੈਗਾ ਕਿ ਸਿਰਫ ਕੰਮ ਕਰਨ ਡਏ ਆ ਅਤੇ ਪੈਸੇ ਲੈ ਕੇ ਤੁਸੀਂ ਇੱਥੋਂ ਆਪਣੇ ਮੁਲਕ ਨੂੰ ਭੇਜਣ ਡਏ ਆ। ਉਹ ਕਹਿੰਦੇ ਯਾਰ ਵਾਓ ਹੀ ਇਜ਼ ਸਪੀਕਿੰਗ ਗੁੱਡ ਇੰਗਲਿਸ਼ ਔਰ ਹੀ ਸਪੀਕਿੰਗ ਗੁੱਡ ਗ੍ਰੀਕ ਮਿਲਾਈ ਪੋਲਿਕਾ ਲਾਈਲਿਨਿਕਾ, ਅਤੇ ਉਹ ਇੱਕ ਵਧੀਆ ਗੱਲ ਆ। ਅਤੇ ਮੇਰੀ ਸਾਰਿਆਂ ਨੂੰ ਰਿਕੁਐਸਟ ਆ, ਤੁਹਾਡੇ ਰਾਹੀਂ ਮੈਂ ਕਹਿਣਾ ਚਾਹੂੰਗਾ ਕਿ ਬੋਲੀ ਜ਼ਰੂਰ ਸਿੱਖੇ, ਬੋਲੀ ਜ਼ਰੂਰ ਆਉਣੀ ਚਾਹੀਦੀ ਹੈ। ਤੇ ਯੂਨਾਨ ਦੇ ਲੋਕ ਕੈਸੇ? ਯੂਨਾਨ ਦੇ ਲੋਕ ਬਹੁਤ ਵਧੀਆ, ਮਤਲਬ ਹੁਣ ਮੈਂ 1998 ਤੋਂ ਇੱਕੋ ਹੀ ਆਫਿਸ ਵਿੱਚ ਕੰਮ ਕਰਨ ਡਿਆ, ਮਤਲਬ ਮੈਂ ਹੋਰ ਕਿਤੇ ਕੰਮ ਨਹੀਂ ਕੀਤਾ, ਅਤੇ ਕੁਛ ਮਹਿਸੂਸ ਹੀ ਨਹੀਂ ਹੁੰਦਾ ਕਿ ਕੁਛ ਗਲਤ ਆ ਉੱਥੇ। ਹਾਂ, ਬਹੁਤ ਸਾਰੇ ਲੋਕਾਂ ਦੇ ਕਈਆਂ ਦੇ ਕੋਈ ਬੈਡ ਐਕਸਪੀਰੀਅੰਸ ਵੀ ਹੋਊਗੇ, ਹੁੰਦੇ ਵੀ ਆ, ਸੜਕਾਂ 'ਤੇ ਹੋਣ ਦੇ, ਕਾਰਾਂ 'ਚ ਹੋਣ ਦੇ, ਬੱਸਾਂ 'ਚ ਹੋਣ ਦੇ ਆ, ਅਤੇ ਇਟਸ ਡਿਪੈਂਡ। ਇਟਸ ਡਿਪੈਂਡ। ਅਗਰ 1998 'ਚ ਤੁਸੀਂ ਇੱਥੇ ਆਏ ਹੋ ਅਤੇ ਉਸ ਟਾਈਮ ਵੀ ਇਸ ਤਰ੍ਹਾਂ ਹੀ ਹਨ ਯੂਨਾਨ ਦੇ ਲੋਕ, ਜਾਂ ਹੁਣ ਇਹਨਾਂ ਦਾ ਕੋਈ ਬਿਹੇਵੀਅਰ, ਕੋਈ ਅਖਲਾਕ ਚੇਂਜ ਹੋਇਆ, ਤੁਹਾਨੂੰ ਕੀ ਲੱਗਦਾ ਹੈ? ਮੇਰਾ ਨਾ ਜਿੱਦਾਂ ਤੁਸੀਂ ਕਹੇ ਕਿ ਵੀ ਬਹੁਤ ਸਾਰੇ ਭੈਣ ਭਰਾ ਕਹਿੰਦੇ ਆ ਕਿ ਫੈਕਟਰੀਆਂ ਵਿੱਚ, ਖੇਤਾਂ ਵਿੱਚ, ਜਾਂ ਜਿਹੜੀਆਂ ਇਹ ਜਿਹੜੀਆਂ ਜੋਬਸ ਹੈਗੀਆਂ ਇਹਦੇ ਵਿੱਚ ਉਹ ਥੋੜ੍ਹਾ ਜਿੱਦਾਂ ਖੜਮਾ ਬੋਲਦੇ, ਕਿੱਦਾਂ ਕਹਿੰਦੇ ਹੁੰਦੇ ਆ, ਥੋੜ੍ਹਾ ਖਾਰਾ ਬੋਲਦੇ ਆ ਨਾ, ਮਤਲਬ ਸਹੀ ਤਰੀਕੇ ਨਾਲ ਨਹੀਂ ਬੋਲਦੇ। ਪਰ ਜਿਸ ਐਟਮੋਸਫੇਅਰ ਦੇ ਵਿੱਚ ਮੈਂ ਹੈਗਾ ਆ ਉੱਥੇ ਉਹ ਸਾਰੇ ਮਤਲਬ ਬੜੇ ਵਧੀਆ ਢੰਗ ਨਾਲ ਬੋਲਦੇ ਆ, ਅਤੇ ਫਿਰ ਮੈਨੂੰ ਕਦੀ ਇੱਦਾਂ ਦਾ ਐਕਸਪੀਰੀਅੰਸ ਨਹੀਂ ਹੋਇਆ। ਅਤੇ ਨਾ ਹੀ ਮੈਨੂੰ ਕਦੀ ਕਿਸੇ ਨੇ ਕਿਹਾ ਇੱਥੇ ਆ ਕੇ ਕਿ ਭਾਅ ਜੀ ਸਾਡੇ ਨਾਲ ਕੋਈ ਵਿਤਕਰਾ ਕਰਦੇ ਆ ਜਾਂ ਗਲਤ ਕਰਦੇ ਆ। ਚਲੋ ਮਾੜਾ ਮੋਟਾ ਤਾਂ ਕਰਨਾ ਹੀ ਆ ਨਾ, ਕਿਉਂਕਿ ਅਸੀਂ ਜਿੱਥੋਂ ਆਏ ਹਾਂ ਸਾਨੂੰ ਇਹਨਾਂ ਦੀ ਤਾਂ ਗੌਰਮੈਂਟ ਦੀ ਸਾਈਟ ਦੇ ਵਿੱਚ ਹੀ ਲਿਖਿਆ ਆ, ਥਰਡ ਵਰਲਡ ਕੰਟਰੀ ਲਿਖਿਆ ਨਾ, ਤੀਜੀ ਦੁਨੀਆ ਦੇ ਲੋਕ ਲਿਖਿਆ ਆ, ਅਤੇ ਇਹ ਫਰਕ ਤਾਂ ਹੈਗਾ। ਹੁਣ ਬਾਰ-ਬਾਰ ਮੌਜੂਦਾ ਹਕੂਮਤ ਯੂਨਾਨ ਵੀ ਤਾਂ ਇਹ ਕਹਿ ਰਹੀ ਹੈ ਨਾ ਤੀਸਰੇ ਮੁਲਕ ਦੇ ਸ਼ਹਿਰ, ਉਹ ਉਹਨਾਂ ਦੀ ਸਾਈਟ ਵਿੱਚ ਲਿਖਿਆ ਆ
ਥਰਡ ਵਰਲਡ ਕੰਟਰੀ ਲਿਖਿਆ ਆ, ਉਹ ਸਾਨੂੰ ਕਹਿੰਦੇ ਆ ਕਿ ਵੀ ਇਹ ਤੀਸਰੀ ਦੁਨੀਆ ਦੇ ਲੋਕ। ਹੁਣ ਕੀ ਕਰੀਏ, ਹੁਣ ਜੋ ਹੈਗਾ ਉਹ ਤਾਂ ਹੈਗਾ ਹੀ ਆ। ਯਾਨੀ ਕਿ ਤੁਹਾਡੇ ਖਿਆਲ ਨਾਲ 98 ਤੋਂ ਲੈ ਕੇ ਹੁਣ ਤੱਕ ਵਧੀਆ ਰਿਹਾ ਕੰਮ? ਜੀ ਬਹੁਤ ਵਧੀਆ। ਅਤੇ ਮੈਂ ਇੱਕ ਗੱਲ ਹੋਰ ਕਰਦਾ ਹੁੰਦਾ, ਆਪਣੀ ਕਦੀ ਕਦੀ ਵੀਡੀਓ ਦੇ ਵਿੱਚ ਕਹਿੰਦਾ ਹੁੰਦਾ ਕਿ ਤੁਸੀਂ ਨਾ ਆਪਣੇ ਮੁਲਕ ਦਾ ਇੱਕ ਚਿਹਰਾ ਹੋ, ਠੀਕ ਆ, ਅਤੇ ਤੁਸੀਂ ਆਪਣੇ ਆਪ ਨੂੰ ਵਧੀਆ ਬਣਾ ਕੇ ਰੱਖਣਾ ਆ ਜਦੋਂ ਤੁਸੀਂ ਵਿਚਰਦੇ ਆ ਦੁਨੀਆ ਇੱਥੇ, ਅਤੇ ਵਧੀਆ ਢੰਗ ਨਾਲ ਰਹੇ, ਮਤਲਬ ਸਪੈਸ਼ਲੀ ਬੋਲੀ ਵੱਲ ਜ਼ਿਆਦਾ ਧਿਆਨ ਦੇ, ਉਹ ਜ਼ਿਆਦਾ ਕਾਊਂਟ ਕਰਦੀ ਹੈ। ਅੱਛਾ, ਜ਼ਿਆਦਾਤਰ ਤੁਹਾਡੇ ਕੋਲ ਜਿਹੜੀ ਆਵਾਮ ਆਉਂਦੀ ਹੈ, ਯਾਨੀ ਜਿੰਨੇ ਤੁਹਾਡੇ ਕਲਾਇੰਟ ਨੇ, ਕਸਟਮਰ ਆਉਂਦੇ ਨੇ, ਪਾਕਿਸਤਾਨੀ ਜ਼ਿਆਦਾ ਨੇ, ਇੰਡੀਅਨ ਜ਼ਿਆਦਾ ਨੇ, ਜਾਂ ਬੰਗਲਾਦੇਸ਼ ਦੀ ਕਮਿਊਨਿਟੀ ਜ਼ਿਆਦਾ ਤੁਹਾਡੇ ਵੱਲ ਮੂਵ ਕਰ ਰਹੀ? ਨਹੀਂ, ਜਿਹੜੇ ਮੇਰੇ ਕਲਾਇੰਟ ਆ ਉਹ ਇੰਡੀਅਨ ਅਤੇ ਪਾਕਿਸਤਾਨੀ ਆ। ਬੰਗਲਾਦੇਸ਼ੀ ਮੈਨੂੰ ਕਮੈਂਟ ਕਰਦੇ ਰਹਿੰਦੇ ਆ ਜਾਂ ਮੈਸੇਜ ਕਰਦੇ ਆ ਕਿ ਵੀ ਭਾਜੀ ਤੁਸੀਂ ਆਪ हिंदी में वीडियो बनाया करें, आप उर्दू में वीडियो बनाया करें। तो मैं उर्दू च भी बना सकदा, उर्दू चलो ज़्यादा वधिया नहीं आउंदी, हिंदी ज़्यादा वधिया आउंदी आ, तो पंजाबी विच भी। पर वो हुण एक वीडियो नूं हुण मैं ਪਹਿਲਾਂ ਪੰਜਾਬੀ 'ਚ ਬਣਾਵਾਂ, ਫਿਰ ਮੈਂ ਹਿੰਦੀ 'ਚ ਬਣਾਵਾਂ, ਹੁਣ ਮੈਂ ਇੰਗਲਿਸ਼ 'ਚ ਵੀ ਬਣਾਇਆ ਕਰਨੀ ਆ ਵੀਡੀਓ, ਕਿਉਂਕਿ ਹੁਣ ਸਾਡੇ ਕੋਲ ਕੁਛ ਕਸਟਮਰ ਆ ਰਹੇ ਆ, ਨੇਪਾਲ ਤੋਂ ਆ ਰਹੇ ਆ, ਸ਼੍ਰੀਲੰਕਾ ਤੋਂ ਆ ਰਹੇ ਆ, ਫਿਲੀਪੀਨ ਤੋਂ ਆ ਰਹੇ ਆ, ਇੰਡੋਨੇਸ਼ੀਆ ਤੋਂ ਆ ਰਹੇ। ਉਹ ਜਿਹੜੇ ਮੇਰੇ ਸਾਡੇ ਸਰਕਲ ਦੇ ਵਿੱਚ ਭੈਣ ਭਰਾ ਸਾਡੇ ਹੈਗੇ ਨਾ, ਉਹਨਾਂ ਦੇ ਥਰੂ ਸਾਡੇ ਨਾਲ ਕਨੈਕਟ ਹੋਏ ਆ, ਅਤੇ ਉਹਨਾਂ ਦੇ ਅਸੀਂ ਕੰਮ ਕਰ ਰਹੇ ਹਾਂ। ਬਟ ਚਲੋ ਹੁਣ ਇੰਗਲਿਸ਼ 'ਚ ਬੋਲਦੀ ਹੈ ਦੋ ਚਾਰ ਗੱਲਾਂ, ਬਟ ਨਾਓ ਆਈ ਵਾਂਟ ਟੂ ਮੇਕ ਸਮ ਵੀਡੀਓਜ਼ ਇਨ ਇੰਗਲਿਸ਼ ਆਲਸੋ, that you will see in after few days। मैं क्योंकि we are expecting clients from Indonesia, Philippines, Nepal, Sri Lanka. Especially from the Sri Lankan people, they are asking me to make video in English, so I will try to make some videos in English also। ਬਿਲਕੁਲ ਉਹਨਾਂ ਸਾਰਿਆਂ ਦੀ ਹੈਲਪ ਕਰਨੀ ਚਾਹੀਦੀ, ਔਰ ਇਹ ਇੱਕ ਬੜਾ ਅੱਛਾ ਰਸਤਾ ਵੀ ਹੈ ਤੁਹਾਡਾ, ਔਰ ਬੜੀ ਅੱਛੀ ਸੋਚ ਵੀ ਹੈ। ਔਰ ਭਾਈ ਚੰਚਲ ਸੋਢੀ ਸਾਹਿਬ, ਦੂਸਰੀ ਬਾਤ ਹੈ ਕਿ ਬਹੁਤ ਸਾਰੇ ਇੰਡੀਅਨ ਇੱਥੇ ਐਸੇ ਵੀ ਨੇ, ਸਾਡੇ ਨਾਲ ਵੀ ਕੰਮ ਕਰਦੇ ਨੇ, ਅਸੀਂ ਵੀ ਨਾਲ ਕੰਮ ਕਰਦੇ ਉਹਨਾਂ ਦੇ ਕੰਮ ਕਰਦੇ ਨੇ, ਤਾਂ ਉਹਨਾਂ ਦੇ ਪਾਸਪੋਰਟ ਦਾ ਬਹੁਤ ਜ਼ਿਆਦਾ ਇਸ਼ੂ ਆ ਰਿਹਾ ਤੁਹਾਡੀ ਐਮਬੈਸੀ ਦੀ ਤਰਫੋਂ, ਯਾਨੀ ਜਿਹੜੇ ਫਾਰ ਐਗਜ਼ਾਮਪਲ ਲੱਗੇ ਕਿਸੇ ਕੰਟਰੀ ਦੂਸਰੀ ਆਏ ਨੇ ਤੋਂ ਯੂਨਾਨ ਆਏ ਨੇ, ਇਹ ਪਾਸਪੋਰਟਾਂ ਦੇ ਹਵਾਲੇ ਨਾਲ ਬਹੁਤ ਜ਼ਿਆਦਾ ਮਸਲਾ ਹੈ। ਕੀ ਵਜ੍ਹਾ ਹੈ? ਜਿਹੜੀ ਸਾਡੀ ਇੰਡੀਅਨ ਐਮਬੈਸੀ ਹੈ ਨਾ, ਉਹ ਕਹਿੰਦੀ ਹੈ ਕਿ ਜਿੰਨੇ ਵੀ ਇਲੀਗਲ ਇਮੀਗ੍ਰੈਂਟਸ ਹੈਗੇ ਨਾ, ਉਹਨਾਂ ਨੂੰ ਅਸੀਂ ਪਾਸਪੋਰਟ ਨਹੀਂ ਦੇਣਾ, ਕਿਉਂਕਿ ਇੰਡੀਅਨ ਗੌਰਮੈਂਟ ਦੀ ਇਹੋ ਆਰਡਰ ਆਏ ਆ। ਔਰ ਇਹ ਸਵਾਲ ਹੈ ਇਸ ਵਾਸਤੇ ਮੈਂ ਕੀਤਾ ਕਿਉਂਕਿ ਸਾਡੇ ਨਾਲ ਤੁਹਾਡੇ ਇੰਡੀਅਨ ਕੰਮ ਕਰਦੇ ਨੇ, ਯਾਨੀ ਨਾਲ ਸਾਡੇ ਬੜੀ ਦੇਰ ਤੋਂ, ਤਕਰੀਬਨ 1 ਸਾਲ ਤੋਂ ਕੰਮ ਕਰ ਰਹੇ ਨੇ। ਉਹ ਮੇਰਾ ਖਿਆਲ ਹੈ ਬੋਸਨੀਆ ਜਾਂ ਸਰਬੀਆ ਆ ਕੇ ਤੋਂ ਯੂਨਾਨ ਆਏ ਨੇ, ਤਾਂ ਉਹਨਾਂ ਦੇ ਪਾਸਪੋਰਟ ਨਹੀਂ ਬਣਿਆ ਹੈ, ਯਾਨੀ ਇਸ ਬਾਰੇ ਕੋਈ ਐਕਸਪਲੇਨ ਕਰ ਦਿਓ ਤਾਂ ਕਿ ਉਹਨਾਂ ਤੱਕ ਵੀ ਵੀਡੀਓ ਪਹੁੰਚ ਜਾਏ। ਮੈਂ ਪਹਿਲਾਂ ਹੀ ਦੱਸ ਕੇ ਹਟਿਆ ਕਿ ਵੀ ਜਿਹੜੇ ਇੰਡੀਅਨ ਐਮਬੈਸੀ ਵਾਲੇ ਆ, ਉਹ ਕਹਿੰਦੇ ਆ ਕਿ ਵੀ ਜਿਹੜੇ ਇਲੀਗਲ ਇਮੀਗਰੈਂਟਸ ਆ ਨਾ, ਜਿਹੜਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਗ੍ਰੀਸ ਦੇ ਵਿੱਚ ਦਾਖਲ ਹੋਏ ਆ, ਉਹਨਾਂ ਨੂੰ ਪਾਸਪੋਰਟ ਇਸ਼ੂ ਨਹੀਂ ਕਰਨੇ। ਅਗਰ ਤੁਸੀਂ ਡਾਇਰੈਕਟ ਵੀਜ਼ਾ 'ਤੇ ਆਏ ਆ, ਟੂਰਿਸਟ ਵੀਜ਼ਾ 'ਤੇ ਆਏ ਆ, ਜਾਂ ਵਰਕ ਵੀਜ਼ਾ 'ਤੇ ਆਏ ਆ, ਜਾਂ ਤੁਸੀਂ ਇੱਥੇ ਪਹਿਲਾਂ ਹੀ ਲੀਗਲ ਆ, ਅਤੇ ਉਹਨਾਂ ਨੂੰ ਤਾਂ ਉਹ ਸਰਵਿਸ ਦੇ ਹੀ ਰਹੇ ਆ, ਉਹਨਾਂ ਦਾ ਤਾਂ ਸਾਰਾ ਕੰਮ ਹੋ ਰਿਹਾ ਹੈ। ਸਿਰਫ ਇਲੀਗਲ ਨੂੰ ਉਹ ਨਹੀਂ ਐਕਸੈਪਟ ਕਰਨਗੇ। ਬੋਸਨੀਆ ਜਾਂ ਸਰਬੀਆ ਮੇਰੇ ਖਿਆਲ ਵੀਜ਼ਿਆਂ 'ਤੇ ਆ ਕੇ ਇੱਥੇ ਯੂਨਾਨ ਆਏ, ਪਰ ਯੂਨਾਨ ਦੇ ਵਿੱਚ ਤਾਂ ਇਲੀਗਲ ਹੀ ਆਏ ਨਾ, ਉਹਨਾਂ ਦੇ ਕੋਲ ਕੋਈ ਲੀਗਲ ਸਟੇਟਸ ਤਾਂ ਹੈ ਨਹੀਂ ਗਾ। ਉਹ ਕਹਿੰਦੇ ਆ ਕਿ ਅਸੀਂ ਜਿਹੜਾ ਵੀ ਕੋਈ ਬੰਦਾ ਇਲੀਗਲ ਆ ਉਹਨੂੰ ਨਹੀਂ ਸਰਵਿਸ ਦੇਣੀ। ਉਹ ਕਹਿੰਦੇ ਆ, ਉਹ ਇਹ ਚੀਜ਼ ਨੂੰ ਰੋਕਣਾ ਚਾਹੁੰਦੇ। ਉਹ ਕਹਿੰਦੇ ਕਿ ਵੀ ਤੁਸੀਂ ਨੋਟ ਓਨਲੀ ਗ੍ਰੀਸ, ਨੋਟ ਓਨਲੀ ਯੂਰਪ, ਉਹ ਕਹਿੰਦੇ ਆ ਕਿ ਤੁਸੀਂ ਇੰਡੀਆ ਤੋਂ ਇਲੀਗਲ ਕਿਤੇ ਵੀ ਨਾ ਜਾਏ, ਕਿ ਜਿੱਥੇ ਵੀ ਤੁਸੀਂ ਜਾਏ ਲੀਗਲ ਤੌਰ 'ਤੇ ਵੀਜ਼ਾ ਲੈ ਕੇ ਇੱਜ਼ਤ ਦੇ ਨਾਲ ਜਾਏ ਤੁਸੀਂ। ਇਹ ਉਹਨਾਂ ਦਾ ਮੇਨ ਮੋਟਿਵ ਆ, ਜਿਹਨੂੰ ਉਹ ਫੋਲੋ ਕਰ ਰਹੇ। ਹੁਣ ਉਹਨਾਂ ਵਾਸਤੇ ਕੋਈ ਰਸਤਾ ਐਸਾ ਨਹੀਂ ਹੈ ਕਿ ਉਹਨਾਂ ਦੇ ਪਾਸਪੋਰਟ ਵਗੈਰਾ ਬਣ ਜਾਣ ਜਾਂ ਡਾਕੂਮੈਂਟਸ ਯੂਨਾਨ ਦੇ ਲੈ ਸਕਣ? ਨਹੀਂ, ਡਾਕੂਮੈਂਟ ਜਿਹੜੇ ਯੂਨਾਨ ਦੇ ਆ ਉਹ ਤਾਂ ਹੁਣ ਬੰਦ ਹੀ ਹੋ ਗਏ ਆ, ਕੁਛ ਹੈ ਹੀ ਨਹੀਂ। ਨਹੀਂ, ਵੈਸੇ ਅਗਰ ਓਪਨ ਹੋ ਜਾਂਦੇ ਨੇ, ਅਗਰ ਪਾਸਪੋਰਟ ਹੀ ਕੋਲ ਨਹੀਂ ਹੁੰਦਾ, ਮੇਨ ਚੀਜ਼ ਤਾਂ ਪਾਸਪੋਰਟ ਹੀ ਹੈ ਨਾ, ਉਹ ਕਿਸ ਤਰ੍ਹਾਂ ਲੀਗਲ ਹੋਣਗੇ? ਇਹ ਇੱਕ ਬਹੁਤ ਵੱਡਾ ਇਸ਼ੂ ਆ। ਉਹਨਾਂ ਦੇ ਨਾਲ ਇਸ ਟੌਪਿਕ ਦੇ ਉੱਪਰ ਗੱਲ ਵੀ ਹੋਈ ਸੀਗੀ, ਪਰ ਉਹਨਾਂ ਨੇ ਇਹੋ ਹੀ ਕਿਹਾ ਸੀਗਾ ਕਿ ਵੀ ਨਹੀਂ ਬਈ, ਸਮਹਾਓ ਜੇ ਇਨ ਫਿਊਚਰ ਦੇ ਵਿੱਚ ਕਦੀ ਪੇਪਰ ਖੁੱਲ੍ਹਦੇ ਆ ਅਤੇ ਹੋ ਸਕਦਾ ਕਿ ਉਹ ਗੌਰਮੈਂਟ ਰਾਹਤ ਦੇ ਦੇਵੇ ਕੋਈ, ਬਟ ਵੀ ਆਰ ਨਾਟ ਸ਼ੋਰ। ਇੱਕ ਲਾਅ ਪਾਸ ਹੋਇਆ ਜਿਹੜਾ ਕਿ ਸਾਈਟ ਦੇ ਵਿੱਚ ਵੀ ਆ, ਉਹ ਤੁਸੀਂ ਵੀ ਚੈੱਕ ਕਰ ਲੈ। 5 ਫਰਵਰੀ ਦਾ ਉਹਨਾਂ ਨੇ ਆਰਟੀਕਲ
ਅਪਡੇਟ ਕੀਤਾ ਆ ਸਾਈਟ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਜਿਨ੍ਹਾਂ ਭੈਣ ਭਰਾਵਾਂ ਦੇ ਪੇਪਰ ਕਿਸੇ ਵਜ੍ਹਾ ਕਰਕੇ ਖਰਾਬ ਹੋਏ ਆ, ਜੀ ਬਿਲਕੁਲ ਹੈ, ਬੈਨ ਹੋਏ ਨਹੀਂ, ਖਿਆਲ 'ਚ ਲੈ ਲੈਂ, ਜਿਨ੍ਹਾਂ ਦੇ ਪੇਪਰ ਕਿਸੇ ਵਜ੍ਹਾ ਕਰਕੇ ਖਰਾਬ ਹੋਏ ਆ ਉਹਨਾਂ ਨੂੰ ਨੈਕਸਟ ਚਾਂਸ ਹੁਣ ਮਿਲੂਗਾ। ਥੋੜ੍ਹੇ ਦਿਨਾਂ ਤੱਕ ਉਹ ਸਿਸਟਮ ਦੇ ਵਿੱਚ ਆ ਜਾਣਾ, ਇਹ ਉਹ ਜੀ ਬਿਲਕੁਲ ਹੈ, ਬਿਲਕੁਲ ਹੈ ਵੇ। ਓਪਨ ਹੋ ਜਾਣਾ ਉਹਦੇ ਵਿੱਚ ਪਲੇਟਫਾਰਮ। ਅੱਛਾ ਭਾਈ ਚੰਚਲ ਸੋਢੀ ਸਾਹਿਬ, ਹੋਰ ਕੋਈ ਐਸਾ ਸਵਾਲ ਹੈ, ਹੋਰ ਕੋਈ ਐਸੀ ਬਾਤ ਜਿਹੜੀ ਤੁਸੀਂ ਆਵਾਮ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਕੋਈ ਆਪਣਾ ਐਕਸਪੀਰੀਅੰਸ, ਕੋਈ ਮੈਸੇਜ ਡਿਲੀਵਰ ਕਰਨਾ ਚਾਹੁੰਦੇ ਹੋ ਤਾਂ ਕਰ ਦਿਓ। ਮੈਸੇਜ ਇਹੋ ਹੀ ਆ ਕਿ ਵੀ ਸਾਰਿਆਂ ਦੇ ਨਾਲ ਪਿਆਰ ਦੇ ਨਾਲ ਰਹੇ, ਮਤਲਬ ਇੱਕ ਦੂਜੇ ਦਾ ਇਹਤਰਾਮ ਕरें, ਇੱਜ਼ਤ ਕरें, ਇੱਕ ਦੂਜੇ ਦੀ ਰਿਸਪੈਕਟ ਕरें। ਅਤੇ ਜਿੱਦਾਂ ਇੱਕ ਨਾ ਕਹਿੰਦੇ ਹੁੰਦੇ ਆ ਕਿ ਵੀ ਮੈਨੂੰ ਹੁਣ ਪਤਾ ਨਹੀਂ ਕਿਹਨਾਂ ਦਾ ਹੈਗਾ ਕਲਾਮ ਉਹ, ਕਿ ਵੀ ਮੰਦਰ ਢਾਹ ਦੇ ਮਸਜਿਦ ਢਾਹ ਦੇ, ਹੈ ਨਾ, ਕਿਸੇ ਦਾ ਦਿਲ ਨਾ ਤੂੰ ਦਿਖਾ ਨਾ, ਉਹ ਮੈਨੂੰ ਹੁਣ ਚੰਗੀ ਤਰ੍ਹਾਂ ਯਾਦ ਨਹੀਂ ਹੈਗਾ। ਅਤੇ ਕੋਸ਼ਿਸ਼ ਕरें ਕਿ ਵੀ ਕਿਸੇ ਦਾ ਦਿਲ ਨਾ ਦੁਖੇ। ਤਾਂਹੀਓ ਮੈਂ ਕਹਿੰਦਾ ਹੁੰਦਾ ਆਪਣੀ ਵੀਡੀਓ ਦੇ ਐਂਡ ਦੇ ਵਿੱਚ ਕਿ ਅਖੀਰ ਦੇ ਵਿੱਚ ਆਪ ਸਭ ਦੇ ਅੰਦਰ ਵਸਦੇ ਹੋਏ ਪਰਮਾਤਮਾ ਨੂੰ ਮੇਰਾ ਨਮਸਕਾਰ। ਇਹ ਜਿਹੜਾ ਦਿਲ ਆ ਇਹ ਉਹਦਾ ਘਰ ਆ, ਅਤੇ ਕੋਸ਼ਿਸ਼ ਕरें ਕਿ ਵੀ ਇਹ ਨਾ ਹੀ ਦੁਖੇ ਕਿਸੇ ਦਾ, ਤਾਂ ਵਧੀਆ ਗੱਲ। ਜ਼ਿੰਦਾਬਾਦ। ਲਓ ਜੀ, ਅੱਜ ਦਾ ਇੰਟਰਵਿਊ ਤੁਹਾਡੀ ਖਿਦਮਤ 'ਚ ਹਾਜ਼ਰ ਹੈ, ਅਤੇ ਭਾਈ ਚੰਚਲ ਸੋਢੀ ਸਾਹਿਬ ਤੁਹਾਡੀ ਮੁਹੱਬਤ ਦੇ ਬਹੁਤ ਜ਼ਿਆਦਾ ਮਸ਼ਕੂਰ ਹਾਂ। ਥੈਂਕ ਯੂ ਜੀ। ਮਿਲਦੇ ਹਾਂ ਅਨਦਰ ਵੀਡੀਓ ਦੇ ਵਿੱਚ। ਥੈਂਕ ਯੂ ਫॉर ਵਾਚਿੰਗ।